ਜਸ ਟੀਵੀ ਦੇਖ ਰਹੇ ਤੁਸੀਂ, मैं केपी सिंह टू द पॉइंट ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਅਫਗਾਨਿਸਤਾਨ ਵਿੱਚ ਘੱਟ ਗਿਣਤੀ ਇਸ ਵੇਲੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ। ਇਹ ਅੱਜ ਦਾ ਸਵਾਲ ਨਹੀਂ ਗਾ, ਸਵਾਲ ਬਹੁਤ ਪੁਰਾਣਾ ਹੈਗਾ, ਪਰ ਹੁਣ ਇਹ ਸਵਾਲ ਫਿਰ ਹਵਾ ਵਿੱਚ ਤੈਰ ਰਿਹਾ, ਸਿਆਸਤ ਵਿੱਚ ਗੂੰਜ ਰਿਹਾ। ਇੱਕ ਹੋਰ ਜੱਥਾ ਅਫਗਾਨਿਸਤਾਨ ਤੋਂ ਵਾਪਸ ਆਇਆ। ਰਾਜ ਸਭਾ ਵਿੱਚ ਨਵੇਂ ਮੈਂਬਰ ਪਾਰਲੀਮੈਂਟ ਜਿਹੜੇ ਬਣੇ ਆ, ਹਰਭਜਨ ਸਿੰਘ, ਉਹਨਾਂ ਨੇ ਵੀ ਮੁੱਦਾ ਚੁੱਕਿਆ। बहुत सारे सवाल उस तो बाद खड़े हो गए। अफगान सिखां ते संजीदगी किस दी है की है, घट गिनती नूं बचाउण दे लई की कदम चुके गए हुण तक ते की कदम चुकने चाहिए सीगे। भारत दे विच घट गिनती दा मामला अफगानिस्तान दे विच जाके तां नहीं गूंजता। ये सारे सवाल पहलां भी होया ते हुण दोबारा होणगे। अफगान सिखां दा हमदर्द कौन? माननीय महोदय जी, मैं अफगानिस्तान में गुरुद्वारे और सिखों पर हो रहे हमले के बारे में बोलने के लिए खड़ा हुआ हूँ। ये एक सिख होने की पहचान पर हमला है। इस तरह के हमले हमें कई सवाल करने के लिए मजबूर कर देते हैं कि ये हमले हमारे ऊपर ही क्यों। हरभजन सिंह ने राज्यसभा क्या किया, पहले सुन लिया। माननीय महोदय जी, मैं अफगानिस्तान में गुरुद्वारे और सिखों पर हो रहे हमले के बारे में बोलने के लिए खड़ा हुआ हूँ। ये एक ऐसा मुद्दा है जिसने न केवल दुनिया के किसी भी कोने में रहने वाले हर सिख की भावना को आहत किया है, बल्कि ये एक सिख होने की पहचान पर हमला है। इस तरह के हमले हमें कई सवाल करने के लिए मजबूर कर देते हैं कि ये हमले हमारे ऊपर ही क्यों हमें निशाना बनाया जा रहा है। दुनिया भर में गुरुद्वारे, चाहे वो कोविड के दौरान या गुरुद्वारे ही नहीं थे, वो भोजन और हर तरीके की चीज़, ऑक्सीजन को लेकर के उन्होंने हर तरीके की चीज़ लोगों के लिए उपलब्धित की थी। स्वतंत्रता के बाद के समय की बात करूं तो देश के सिखों के योगदान के बारे में हम सबको पता है। जीडीपी की बात करूं, रोजगार की बात करूं या दान धर्म की बात करूं तो सिख हमेशा सबसे आगे रहा है। सिख समुदाय भारत और अन्य देशों के बीच संबंधों में एक मजबूत कड़ी रहा है। वो अपने साहस, पराक्रम और कड़ी मेहनत के लिए जाने जाते हैं। और ये सब होने के बावजूद हमारे साथ ऐसा सलूक क्यों? अफगानिस्तान कभी हज़ारों सिखों और हिंदुओं का घर था, लेकिन दर्शकों के संघर्ष के कारण ये संख्या कम होकर मुट्ठी भर रह गई है। 1980 के दशक में अफगानिस्तान में 2,20,000 सिख और हिंदू रहते थे। 1990 के दशक की शुरुआत में ये आंकड़ा गिरकर 15,000 और 2016 में गिरकर 1,350 हो गया है। जलालाबाद के हमले के समय 1,500 सिख थे। अब उसके बाद लोगों ने ये सोचा कि हम यहाँ नहीं रह सकते। तालिबान के सत्ता में लौटने से 300 लोग और कम हो गए, 300 सिख और कम हो गए हैं। बड़ा सवाल है इस चर्चा में ਅਸੀਂ ਇਹ ਪੁੱਛਣ ਜਾ ਰਹੇ ਹਾਂ, ਅਫਗਾਨਿਸਤਾਨ ਵਿੱਚ ਅਸੁਰੱਖਿਅਤ ਮਹਿਸੂਸ ਕਰ ਰਹੀ ਘੱਟ ਗਿਣਤੀ ਲਈ ਭਾਰਤ ਨੂੰ ਕੀ ਕਰਨ ਦੀ ਲੋੜ ਹੈ। ਇਸ ਸਵਾਲ ਤੇ ਚਰਚਾ ਹੋਈ। ਜਿਹੜਾ ਪੈਨਲ ਸਾਡੇ ਨਾਲ ਹੈ ਉਹਨਾਂ ਤੁਹਾਡਾ ਤਾਰਫ ਕਰਾਉਣੇ। ਨਵਦੀਪ ਸਿੰਘ ਜੀ ਦਾ ਐਡਵੋਕੇਟ ਨੇ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਹੈ। ਮਿਸਟਰ ਜੀ ਦਾ ਤੁਹਾਡਾ ਬਹੁਤ ਸਵਾਗਤ ਹੈ। ਕੁਲਦੀਪ ਸਿੰਘ ਧਾਲੀਵਾਲ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹੈ। ਮਿਸਟਰ ਧਾਲੀਵਾਲ ਤੁਹਾਡਾ ਬਹੁਤ ਸਵਾਗਤ ਹੈ। ਕਰਨੈਲ ਸਿੰਘ ਪੀਰਮਲ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ। ਇਹਨਾਂ ਦੀ ਧਿਰ ਲਗਾਤਾਰ ਇਹ ਮੁੱਦਾ ਚੱਕਦੀ ਰਹੀ ਹੈ ਤੇ ਹੁਣ ਪੁੱਛਾਂਗੇ ਇਹਨਾਂ ਦਾ ਸਟੈਂਡ ਕੀ ਹੈ। ਪੀਰਮਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ। ਪ੍ਰੋਫੈਸਰ ਮਨਜੀਤ ਸਿੰਘ ਇਸ ਮੁੱਦੇ ਨੂੰ ਬਹੁਤ ਨੇੜਿਓਂ ਦੇਖਦੇ ਰਹੇ ਆ ਤੇ ਹੁਣ ਜਿਹੜੀ ਇਸ ਮੁੱਦੇ ਸਿਆਸਤ ਹੋ ਰਹੀ ਆ ਉਹ ਇਹਨਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਨਵਦੀਪ ਸਿੰਘ ਜੀ ਦਾ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ। ਮਿਸਟਰ ਜੀ ਦਾ ਹਰਭਜਨ ਸਿੰਘ ਹਰਾਂ ਨੇ ਜਿਹੜਾ ਮੁੱਦਾ ਚੁੱਕਿਆ, ਇਹ ਮੁੱਦਾ ਕੋਈ ਨਵਾਂ ਤਾਂ ਹੈ ਨਹੀਂਗਾ, ਪੁਰਾਣਾ ਮੁੱਦਾ ਹੈ। ਨਵਦੀਪ ਸਿੰਘ ਜੀ ਦਾ ਅੱਗੋਂ ਜਵਾਬ ਤੁਹਾਨੂੰ ਕੀ ਮਿਲ ਰਿਹਾ ਜਦੋਂ ਇਹ ਮੁੱਦਾ ਚੱਕਦੇ ਹੋ ਤੁਸੀਂ? ਦੇਖੋ ਕੇਪੀ ਜੀ, ਘੱਟ ਗਿਣਤੀਆਂ ਦਾ ਮੁੱਦਾ ਹੈ। ਗੱਲ ਕਰੀਏ ਤਾਂ ਬਹੁਤ ਮੁੱਦਾ ਹੈ, ਕਿਉਂਕਿ ਦੇਖਿਆ ਹੋਣਾ ਹੈ ਤੋਂ ਲੈ ਕੇ ਅਫਗਾਨਿਸਤਾਨ ਗੱਲ ਕਰਾਂ ਤਾਂ ਹਮੇਸ਼ਾ ਹੀ ਜਿਹੜੇ ਸਾਡੇ ਸਿੱਖ ਉੱਥੇ ਜਿਨ੍ਹਾਂ ਉੱਪਰ ਪਹਿਲਾਂ ਬੜੇ ਹਮਲੇ ਰਹੇ, ਔਰ ਅਸੀਂ ਪਹਿਲਾਂ ਵੀ ਜਿਹੜੀ ਹੈ ਦੇਖੋ ਵੱਖ-ਵੱਖ ਤਰ੍ਹਾਂ ਦੇ ਵਿਦਵਾਨਾਂ ਨੇ ਇਸ ਉੱਪਰ ਗੁਹਾਰ ਲਾਈ, ਪਰ ਅੱਜ ਤੱਕ ਉਹਦਾ ਕੋਈ ਵੀ ਸਾਨੂੰ ਜਿਹੜਾ ਹੈ ਚੰਗਾ ਜਵਾਬ ਕਹਿਣਾ ਮੈਂ ਜਾਂ ਅੱਛਾ ਰਿਸਪੌਂਸ ਨਹੀਂ ਮਿਲਿਆ। ਕਿਉਂਕਿ ਜਿਵੇਂ ਪਹਿਲਾਂ ਕਾਬੁਲ ਦੇ ਵਿੱਚ ਸਿੱਖਾਂ ਦੇ ਉੱਪਰ ਹਮਲੇ ਹੋਏ, ਚਾਹੇ ਉਹ ਗੋਲੀਆਂ ਦਾ ਚਲਾਈਆਂ ਗਈਆਂ ਗੁਰਦੁਆਰਾ ਸਾਹਿਬ ਦੇ ਵਿੱਚ, ਚਾਹੇ ਬਾਅਦ ਦੇ ਵਿੱਚ ਫਿਰ ਸਿੱਖਾਂ ਉੱਪਰ ਹਮਲਾ ਹੋਇਆ। ਤੇ ਹੁਣ ਮੈਂ ਜੇ ਅਫਗਾਨਿਸਤਾਨ ਦੀ ਗੱਲ ਕਰਾਂ ਤਾਂ ਜਿਵੇਂ ਸਾਡੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਜੀ ਨੇ ਅੱਜ ਇਹ ਮੁੱਦਾ ਫਿਰ ਦੁਬਾਰਾ ਉਠਾਇਆ, ਕਿਉਂਕਿ ਇਹ ਮੁੱਦਾ ਬਹੁਤ ਹੀ ਸੈਂਸਿਟਿਵ ਮੁੱਦਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਜਿਹੜੀ ਸਾਡੀ ਸਿੱਖਾਂ ਦੀ ਗਿਣਤੀ ਸੀ ਕਦੇ 2,30,000 ਹੋਇਆ ਕਰਦੀ ਸੀ, ਉਸ ਤੋਂ ਬਾਅਦ ਇਹ ਗਿਣਤੀ ਜਿਹੜੀ ਘਟ ਕੇ 30,000 ਰਹਿ ਗਈ, ਫਿਰ 15,000 ਰਹਿ ਗਈ, ਫਿਰ 1,500 ਰਹਿ ਗਈ, 300 ਫਿਰ ਉੱਥੋਂ ਪਰਿਵਾਰ ਜਿਹੜੇ ਚਲੇ ਗਏ ਆ। ਔਰ ਬੜੀ
ਇੱਕ ਜਿਹੜੀ ਸੋਚਣ ਵਾਲੀ ਗੱਲ ਇਹ ਹੈ ਕਿ ਸਾਡੀਆਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਜਿਨ੍ਹਾਂ ਨੂੰ ਕਿ ਇਹਨਾਂ ਬਹੁਤ ਧਿਆਨ ਦੇਣ ਦੀ ਲੋੜ ਹੈ। ਇਹ ਮੁੱਦਾ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕੋਈ ਨਵਾਂ ਮੁੱਦਾ ਨਹੀਂ। ਸਾਡੇ ਪਹਿਲਾਂ ਹੀ ਵਿਦਵਾਨਾਂ ਨੇ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉਠਾਇਆ ਸੀ, ਪਰ ਉਹਦਾ ਕੋਈ ਦੇਖੋ ਅੱਜ ਵੀ ਉਹੀ ਗੱਲਾਂ ਹੋ ਰਹੀਆਂ ਸਾਡੇ। ਮਿਸਟਰ ਜੀ ਦਾ ਤੁਹਾਡੇ ਤੇ ਕਾਊਂਟਰ ਸਵਾਲ ਇਹ ਆ ਰਿਹਾ ਹੈ ਕਿ ਤੁਸੀਂ ਹੁਣ ਸਿੱਖਾਂ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰਦੇ ਪਏ ਹੋ ਤੇ ਜਿਹੜੇ ਤੁਸੀਂ ਆਪਦੇ ਨਵੇਂ ਰਾਜ ਸਭਾ ਮੈਂਬਰ ਚੁਣੇ ਉਹਨਾਂ ਨੂੰ ਜਸਟੀਫਾਈ ਕਰਨ ਦੇ ਲਈ ਤੁਸੀਂ ਇਹ ਮੁੱਦੇ ਚੱਕਦੇ ਪਏ ਹੋ। ਮਿਸਟਰ ਜੀ ਦਾ ਦੇਖੋ ਜੀ ਕੇਪੀ ਜੀ, ਇਹ ਗੱਲ ਨਹੀਂ ਅਸੀਂ ਰਾਜਨੀਤੀ ਨਾਲ ਕਦੇ ਜੋੜ ਕੇ ਜਿਹੜੀ ਤੁਹਾਨੂੰ ਵੀ ਪਤਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਕਦੇ ਉਹਨੇ ਧਰਮ ਦੇ ਉੱਪਰ ਰਾਜਨੀਤੀ ਨਹੀਂ ਕੀਤੀ, ਹਮੇਸ਼ਾ ਮੁੱਦਿਆਂ ਉੱਪਰ ਰਾਜਨੀਤੀ ਕੀਤੀ ਹੈ। ਜੇ ਮੈਂ ਗੱਲ ਕਰਾਂ ਦਿੱਲੀ ਦੇ ਵਿੱਚ ਵੀ ਦੇਖੋ ਜਿਹੜਾ ਬੜਾ ਵੱਡਾ ਉੱਥੇ ਜਿਹੜਾ 1984 ਵੇਲੇ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ, ਉਸ ਤੋਂ ਬਾਅਦ ਜਿਹੜਾ ਕੇਜਰੀਵਾਲ ਸਾਹਿਬ ਨੇ ਜਿਹੜੇ ਸਿੱਖ ਪਰਿਵਾਰ ਸੀ ਉਹਨਾਂ ਨੂੰ ਸੰਭਾਲਿਆ ਸੀਗਾ। ਤੇ ਅੱਜ ਜਿਹੜੇ ਸਾਡੇ ਸਿੱਖ ਆ ਹੋਰ ਦੇਸ਼ਾਂ ਦੇ ਵਿੱਚ ਜਿਹੜੇ ਕੇਜਰੀਵਾਲ ਸਰਕਾਰ ਨੇ ਸੰਭਾਲਿਆ ਸੀਗਾ ਜਿੱਦਾਂ ਜੀ, ਜਾਂ ਸੈਂਟਰ ਗਵਰਨਮੈਂਟ ਦੀ ਇਮਦਾਦ ਨੂੰ ਕੇਜਰੀਵਾਲ ਸਰਕਾਰ ਨੇ ਅੱਗੇ ਪਹੁੰਚਾਇਆ ਸੀਗਾ? ਇਹ ਗੱਲ ਕਲੀਅਰ ਕਰੋ ਜੇ ਤੁਸੀਂ ਹੁਣ ਇਸ ਇਸ਼ੂ ਨੂੰ ਲੈ ਕੇ ਆਏ ਹੋ। ਮੈਂ ਇਸ ਇਸ਼ੂ ਨੂੰ ਨਹੀਂ ਲੈ ਕੇ ਆਇਆ ਸੀ ਮਿਸਟਰ ਜੀ ਦਾ। ਕੇਪੀ ਜੀ, ਮੈਂ ਗੱਲ ਸੈਂਟਰ ਸਰਕਾਰ ਕਰ ਰਿਹਾ ਹਾਂ, ਸੈਂਟਰ ਸਰਕਾਰ ਬਾਰੇ ਗੱਲ ਕਹਿ ਰਿਹਾ ਕਿ ਪਹਿਲਾਂ ਵੀ ਬੜੇ ਵਿਦਵਾਨਾਂ ਨੇ ਗੱਲਾਂ ਉਠਾਈਆਂ ਸੀ, ਪਰ ਇਸ ਮੁੱਦੇ ਦੇ ਉੱਪਰ ਕਿਤੇ ਵੀ ਸੈਂਟਰ ਸਰਕਾਰ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਕਦੇ ਆਵਾਜ਼ ਨਹੀਂ ਉਠਾਈ। ਤੁਸੀਂ 84 ਦਾ ਜ਼ਿਕਰ ਛੇੜਿਆ ਨਾ ਮਿਸਟਰ ਜੀ ਦਾ, 84 ਦਾ ਜ਼ਿਕਰ ਛੇੜਿਆ, ਤੁਸੀਂ ਕਿਹਾ ਕੇਜਰੀਵਾਲ ਸਰਕਾਰ ਨੇ ਉੱਥੇ ਮਦਦ ਕੀਤੀ ਹੈ, ਮਦਦ ਪਹੁੰਚਾਈ ਹੈ ਜਾਂ ਕੀਤੀ ਹੈ? ਸਰ ਮੈਂ ਤੁਹਾਨੂੰ ਕਹਿ ਰਿਹਾ ਕਿ ਦਿੱਲੀ ਦੇ ਵਿੱਚ ਜਦੋਂ ਸਾਡੇ 1984 ਦੇ ਵਿੱਚ ਦਿੱਲੀ ਦੇ ਵਿੱਚ ਬੜੀ ਨਸਲਕੁਸ਼ੀ ਹੋਈ ਸਿੱਖਾਂ ਦੀ, ਉਸ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਦਿੱਲੀ ਦੇ ਵਿੱਚ, ਤਾਂ ਉਦੋਂ ਜਾ ਕੇ ਸਰਕਾਰ ਨੇ ਬਾਹ ਫੜੀ ਸੀ ਉੱਥੇ ਵੀ, ਜਿਹੜੇ ਉਹ ਸਿੱਖ ਸੀ ਤੇ ਪਰਿਵਾਰਾਂ ਦੀ ਬਾਹ ਫੜੀ ਸੀ, ਉਸ ਤੋਂ ਬੰਦੀ ਮਦਦ ਦਿੱਤੀ। ਇਹ ਜਿਹੜੇ ਸਾਰੇ ਕੰਮ ਹੈ ਸਰਕਾਰਾਂ ਦੇ ਹੁੰਦੇ, ਪਰ ਪਤਾ ਨਹੀਂ ਕਿਉਂ ਜਿਹੜੀਆਂ ਘੱਟ ਗਿਣਤੀਆਂ ਦੀ ਗੱਲ ਕਰਨਾ ਜਾਂ ਸਾਡੇ ਸਿੱਖਾਂ ਦੀ ਗੱਲ ਕਰ ਲਾ, ਉਹਨਾਂ ਉੱਪਰ ਲਗਾਤਾਰ ਹਮਲੇ ਜਾਰੀ ਹੈ, ਪਰ ਅੱਜ ਤੱਕ ਕੋਈ ਚੰਗਾ ਰਿਸਪੌਂਸ ਸੈਂਟਰ ਤਰਫੋਂ ਜਾਂ ਕੋਈ ਮੈਸੇਜ ਨਹੀਂ ਭੇਜਿਆ। ਠੀਕ। ਕੁਲਦੀਪ ਸਿੰਘ ਧਾਲੀਵਾਲ, ਆਮ ਆਦਮੀ ਪਾਰਟੀ ਇਹ ਸਵਾਲ ਚੁੱਕਦੀ ਪਈ ਅੱਜ ਦੀ ਤਰੀਕ ਵਿੱਚ, ਉਹ ਕਹਿੰਦੇ ਸਾਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਮਿਲਦਾਗਾ। ਕੁਲਦੀਪ ਸਿੰਘ ਧਾਲੀਵਾਲ, ਤੁਸੀਂ ਲਗਾਤਾਰ ਇਹ ਗੱਲ ਕਹਿੰਦੇ ਹੋ ਕਿ ਜਿੰਨੀ ਵੀ ਘੱਟ ਗਿਣਤੀ ਹੈਗੀ, ਇਕੱਲਾ ਇਹ ਸਿੱਖਾਂ ਦਾ ਮਸਲਾ ਨਹੀਂ ਹੈਗਾ, ਘੱਟ ਗਿਣਤੀ ਉੱਥੇ ਹਿੰਦੂ ਵੀ ਕੌਮ ਵੀ ਹੈ, ਉਹਨਾਂ ਦੀ ਵੀ ਸੁਰੱਖਿਆ ਦਾ ਮੁੱਦਾ ਹੈਗਾ। ਕੁਲਦੀਪ ਸਿੰਘ ਧਾਲੀਵਾਲ, ਤੁਸੀਂ ਇਸ ਬਾਬਤ ਕਰ ਕੀ ਰਹੇ ਹੋ? ਦੇਖੋ ਕੇਪੀ, ਸਭ ਤੋਂ ਪਹਿਲਾਂ ਤਾਂ ਮੈਂ ਜੀਦਾ ਸਾਹਿਬ ਨੂੰ ਇਹ ਗੱਲ ਦੱਸ ਦਿਆਂ, ਜਿਹੜੀ ਗੱਲ ਇੱਕ ਵਾਰ-ਵਾਰ ਇਹਨਾਂ ਨੇ ਰਿਪੀਟ ਕੀਤੀ ਆ ਆਪਦੇ ਸੰਬੋਧਨ 'ਚ, ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ, ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ, ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ। ਉਹ ਜੀਦਾ ਸਾਹਿਬ ਦਾ ਨਵਾਂ ਗਿਆ ਜਿਹੜਾ ਇਹਨਾਂ ਦੀ ਪਾਰਟੀ ਦਾ, ਪਹਿਲਾਂ ਤਾਂ ਮੈਂ ਐਮਪੀ ਦੀ ਗੱਲ ਕਰਦਾ, ਉਹਨੂੰ ਹੇਜ ਉੱਠਿਆ ਜਿਹੜਾ ਹਰਭਜਨ ਸਿੰਘ ਨੂੰ, ਮੈਂ ਉਹਦਾ ਸਵਾਗਤ ਕਰਦਾ। ਵਧੀਆ ਗੱਲ ਹੈ ਜੇ ਕਿਸੇ ਬੰਦੇ ਨੇ ਅੱਜ ਕੋਈ ਗੱਲ ਕੀਤੀ ਅਫਗਾਨਿਸਤਾਨ ਦੇ ਮੁੱਦੇ ਤੇ, ਤਾਂ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਤੁਹਾਡੇ ਸੁਪਰੀਮੋ ਕੇਜਰੀਵਾਲ ਨੇ ਸੀਏ ਦਾ ਵਿਰੋਧ ਕੀਤਾ ਸੀ, ਔਰ ਜਿਹੜੇ ਸਿੱਖ ਅਫਗਾਨਿਸਤਾਨ ਤੋਂ ਬਚਾ ਕੇ ਲਿਆ ਰਹੀ ਹੈ ਹਿੰਦੂ ਸਿੱਖ, ਉਹ ਸੀਏਏ ਦੇ ਅਧੀਨ ਆ ਰਹੇ ਹੈ, ਸਿਟੀਜ਼ਨਸ਼ਿਪ ਮਿਲ ਰਹੀ ਹੈ, ਔਰ ਸਤਿਕਾਰਯੋਗ ਗੁਰੂ ਸਾਹਿਬ ਦੇ ਪਾਵਨ ਸਰੂਪ ਵੀ ਜਿਹੜੇ ਹੈਗੇ ਉੱਥੋਂ ਬਚਾ ਕੇ ਕੇਂਦਰ ਸਰਕਾਰ ਲੈ ਕੇ ਆਈ ਹੈ। ਕੇਂਦਰ ਸਰਕਾਰ ਦਾ ਪਹਿਲਾਂ ਹੀ ਧਿਆਨ ਸੀ ਕਿ ਉੱਥੇ ਜਿਹੜਾ ਹੈਗਾ, ਜਿਹੜੀ ਅੱਗੇ ਸਰਕਾਰ ਆ ਰਹੀ ਹੈ ਤਾਲਿਬਾਨ ਦੀ, ਉਹ ਸ਼ਰੀਆ ਲਾ ਲਾਗੂ ਕਰੂਗੀ, ਔਰ ਸ਼ਰੀਆ ਗਜ਼ਵਾ ਹਿੰਦ, ਜੇ ਚੀਜ਼ਾਂ ਦੇ ਉੱਤੇ ਤੁਸੀਂ ਧਿਆਨ ਨਾਲ ਡਿਬੇਟ ਕਿਸੇ ਦਿਨ ਕੇਪੀ ਮੈਨੂੰ ਸਮਾਂ ਦੇ ਦੇਣ ਤਾਂ ਮੈਂ ਦੱਸਾਂ ਵੀ ਉਹ ਜਿਹੜਾ ਗਜ਼ਵਾ ਹਿੰਦ ਦੇ ਤਹਿਤ ਸਭ ਕੁਝ ਹੋ ਰਿਹਾ, ਕੋਈ ਉੱਥੇ ਘੱਟ ਗਿਣਤੀ ਦਾ ਮਸਲਾ ਨਹੀਂ ਹੈਗਾ। ਦੂਜਾ ਕੋਈ ਮਜ਼ਹਬ ਉਸ ਸ਼ਰ੍ਹਾ ਦੇ ਵਿੱਚ ਰਹਿ ਹੀ ਨਹੀਂ ਸਕਦਾ, ਉਹ ਗਜ਼ਵਾ ਹਿੰਦ ਦੇ ਵਿੱਚ ਕਲੀਅਰ ਲਿਖਿਆ ਹੋਇਆ। ਔਰ ਜਿਹੜੇ ਖੁਰਾਸਾਨ ਤੋਂ ਆਉਣਗੇ ਲਸ਼ਕਰ ਸਿੰਧ ਦੇ ਇਕੱਠੇ ਹੁੰਦੇ ਰਹਿਣਗੇ, ਸਾਰੀ ਉਮਰ ਦੀ ਮਿਲੀਟੈਂਸੀ ਹੈ ਜਿਹੜੀ ਇਹ ਕਾਂਗਰਸ ਨੇ ਛੇੜ ਕੇ ਦਿੱਤੀ ਹੈ ਪਾਕਿਸਤਾਨ ਬਣਾ ਕੇ। ਉਹ ਪਹਿਲਾਂ ਹੀ ਪਤਾ ਸੀਗਾ ਸਾਨੂੰ ਕਿ ਉੱਥੇ ਜਿਹੜਾ ਹੋਣ ਵਾਲਾ ਸੀਏ ਕੀਤਾ, ਸੀਏ ਦਾ ਵਿਰੋਧ ਕੀਤਾ ਕੇਜਰੀਵਾਲ ਸਾਹਿਬ ਨੇ, ਔਰ ਵਿਰੋਧ ਕਰਨ ਤੋਂ ਬਾਅਦ ਜਿਹੜੇ ਅਫਗਾਨੀ ਸਿੱਖ ਆਏ ਹੈ, ਪਹਿਲਾਂ ਹੀ ਅਸੀਂ ਤਾਂ ਫਿਰ ਵੀ ਲਾਅ ਲੈ ਕੇ ਆਏ, ਉਹਨਾਂ ਵਾਸਤੇ ਕੀ ਕੀਤਾ ਕੇਜਰੀਵਾਲ ਸਾਹਿਬ ਨੇ? ਦੱਸ ਦਿਓ, ਕੁਛ ਨਹੀਂ ਕੀਤਾ। ਠੀਕ ਹੈ, ਤੇ ਹਰਭਜਨ ਸਿੰਘ ਨੇ ਮੁੱਦਾ ਉਠਾਇਆ, ਮੈਂ ਇਸ ਮੁੱਦੇ ਦਾ ਸਵਾਗਤ ਜ਼ਰੂਰ ਕਰਦਾ, ਔਰ ਮੈਂ ਦੱਸ ਰਿਹਾ ਕਿ ਕੇਂਦਰ ਸਰਕਾਰ ਹੀ ਕਰ ਰਹੀ, ਭਾਈ ਤੁਹਾਡਾ ਕੇਜਰੀਵਾਲ ਕੁਝ ਨਹੀਂ ਕਰ ਰਹੀ। ਚਲੋ ਮੈਂ ਥੋੜਾ ਬ੍ਰੇਕ ਲੈ ਰਿਹਾ ਕੁਲਦੀਪ ਧਾਲੀਵਾਲ, ਵਾਪਸ ਆਊਂਗਾ। ਇਸਲਾਮਿਕ ਸਟੇਟ ਦਾ ਉੱਥੇ ਰੋਲ ਕੀ ਹੈਗਾ, ਇਸ ਨੂੰ ਸਮਝਣ ਜ਼ਰੂਰਤ ਹੈਗੀ ਆ। ਸ਼ਾਇਦ ਦੇਸ਼ ਦੀ ਸਿਆਸਤ ਉਸ ਮੁੱਦੇ ਤੇ ਗੌਰ ਨਹੀਂ ਕਰਨਾ ਚਾਹੁੰਦੀ। ਵਾਪਸ ਆ ਕੇ ਸਵਾਲ ਵੀ ਹੋਵੇਗਾ। माननीय महोदय जी, मैं अफगानिस्तान में गुरुद्वारे और सिखों पर हो रहे हमले के बारे में बोलने के लिए खड़ा हुआ हूँ। ये एक सिख होने की पहचान पर हमला है। इस तरह के हमले हमें कई सवाल करने के लिए मजबूर कर देते हैं कि ये हमले हमारे ऊपर ही क्यों। एक बार फिर तुहाडा स्वागत करते हैं। तो ਵੱਡਾ सवाल ਅਸੀਂ ਪੁੱਛ ਰਹੇ ਹਾਂ, ਅਫਗਾਨਿਸਤਾਨ 'ਚ ਅਸੁਰੱਖਿਅਤ ਮਹਿਸੂਸ ਕਰ ਰਹੀ ਘੱਟ ਗਿਣਤੀ ਲਈ ਭਾਰਤ ਨੂੰ ਕੀ ਕਰਨ ਦੀ ਲੋੜ ਹੈ? ਕਰਨੈਲ ਸਪੀਰ ਮੁਹੰਮਦ, ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ
ਰਾਜ ਸਭਾ ਮੈਂਬਰ ਨੇ ਮੁੱਦਾ ਚੁੱਕਿਆ, ਅਕਾਲੀ ਦਲ ਨੂੰ ਸਪੋਰਟ ਕਰਨਾ ਚਾਹੀਦਾ? ਦੇਖੋ, ਜਿਹੜਾ ਵੀ ਕੋਈ ਚੰਗਾ ਕੰਮ ਕਰੇਗਾ ਭਾਵੇਂ ਦੇਰ ਨਾਲ ਕਰਨ, ਉਹਦਾ ਸਵਾਗਤ ਕਰਨਾ ਬਣਦਾ। ਸਰਦਾਰ ਹਰਭਜਨ ਸਿੰਘ ਨੇ ਅੱਜ ਰਾਜ ਸਭਾ ਦੇ ਵਿੱਚ ਜਿਹੜਾ ਮੁੱਦਾ ਚੁੱਕਿਆ, ਅਫਗਾਨਿਸਤਾਨ ਦੇ ਅੰਦਰ ਜਿਹੜਾ ਸਿੱਖ ਕੌਮ ਦੇ ਨਾਲ ਜਿਸ ਤਰੀਕੇ ਨਾਲ ਜ਼ੁਲਮ ਹੋ ਰਿਹਾ ਔਰ ਲਗਾਤਾਰ ਉਹਨਾਂ ਨੂੰ ਹਿਜਰਤ ਕਰਨ ਲਈ ਮਜਬੂਰ ਕੀਤਾ ਜਾ ਰਿਹਾ, ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਮਸਲਾ ਨਹੀਂ ਹੈਗਾ, ਇਹ ਸਮੁੱਚੀ ਸਿੱਖ ਕੌਮ ਦਾ ਤੇ ਪੰਜਾਬੀਆਂ ਦਾ ਮਸਲਾ, ਔਰ ਇਸ ਦੇ ਉੱਤੇ ਦੇਸ਼ ਵਾਸੀਆਂ ਦਾ ਮਸਲਾ। ਔਰ ਉਸ ਕੌਮ ਦਾ ਜਿਹੜਾ ਇੱਕ ਇੰਨਾ ਵੱਡਾ ਜਿਹੜਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ, ਔਰ ਉਸ ਰਾਜ ਦੇ ਵਿੱਚ ਅਫਗਾਨਿਸਤਾਨ ਦੇ ਅੰਦਰ ਜਿਸ ਤਰੀਕੇ ਦੇ ਨਾਲ ਧਾਮ ਸੀ ਸਿੱਖ ਕੌਮ ਦੀ, ਔਰ ਜਿਸ ਤਰੀਕੇ ਨਾਲ ਸਾਡੇ ਜਿਹੜੇ ਨਲੂਏ ਵਰਗੇ ਜਥੇਦਾਰ ਹਰੀ ਸਿੰਘ ਨਲੂਏ ਵਰਗੇ ਜਿਹੜੇ ਜਰਨੈਲ ਸਨ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣਾ ਉੱਥੇ ਜਲਵਾ ਦਿਖਾਇਆ, ਤੇ ਅੱਜ ਜਿਹੜੀ ਤਾਲਿਬਾਨ ਸਰਕਾਰ ਹੈ ਉਸ ਸਰਕਾਰ ਨਾਲ ਤਾਲਮੇਲ ਵਧਾਉਣ ਦੀ ਲੋੜ ਹੈ, ਔਰ ਇੰਡੀਆ ਦਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਇਨਵਾਈਟ ਕਰਨ ਔਰ ਉਹਨਾਂ ਨੂੰ ਇੱਥੇ ਬੁਲਾ ਕੇ ਸਿੱਖਾਂ ਦੇ ਨਾਲ ਜਾਂ ਸਿੱਖਾਂ ਦਾ ਇੱਕ ਵਕਤ, ਜਿੰਨੇ ਵੀ ਰਾਜ ਸਭਾ ਮੈਂਬਰ ਨੇ, ਪਾਰਲੀਮੈਂਟ ਮੈਂਬਰ ਨੇ, ਇਹ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਆਪਣੇ ਨੂੰ ਵੀ ਮਿਲਣ ਤੇ ਉਹਨਾਂ ਨਾਲ ਵੀ ਗੱਲਬਾਤ ਕਰਨ। ਤੇ ਮੈਂ ਤਾਂ ਜਥੇਦਾਰ ਹਰਜਿੰਦਰ ਧਾਮੀ ਜੀ ਨੂੰ ਵੀ ਕਿਹਾ ਸਪੈਸ਼ਲ ਮਿਲ ਕਿ ਤੁਸੀਂ ਇੱਕ ਵਫਦ ਜਿਹੜਾ ਅਫਗਾਨਿਸਤਾਨ ਦੇ ਵਿੱਚ ਭੇਜੋ ਔਰ ਉੱਥੋਂ ਦੀ ਤਾਲਿਬਾਨ ਸਰਕਾਰ, ਉੱਥੋਂ ਦਾ ਜਿਹੜਾ ਦੇਸ਼ ਮੰਤਰੀ ਹੈ, ਉਸ ਦੇ ਨਾਲ ਤਾਲਮੇਲ ਕਰਕੇ ਔਰ ਉਹਨਾਂ ਨੂੰ ਦੱਸੀ ਜਾਵੇ ਸਿੱਖ ਕੌਮ ਦਾ ਇਤਿਹਾਸ ਔਰ ਸਿੱਖਾਂ ਦੀਆਂ ਕੁਰਬਾਨੀਆਂ ਔਰ ਜਜ਼ਬੇ ਦੀ ਗੱਲ ਦੱਸਣੀ ਪਵੇ, ਔਰ ਉੱਥੇ ਜਿਹੜੇ ਸਿੱਖ ਨੇ ਉਹਨਾਂ ਨੂੰ ਹਿਜਰਤ ਕਰਨੀ, ਕਦੇ ਸਿੱਖ ਨਹੀਂ ਹਿੰਦੂ ਨੇ ਜਾਂ ਜਿਹੜੇ ਦੂਸਰੇ ਤੋਂ ਸੁਰੱਖਿਆ ਮਿਲਣੀ ਚਾਹੀਦੀ। ਚਲੋ, ਪ੍ਰੋਫੈਸਰ ਮਨਜੀਤ ਸਿੰਘ ਇਸ ਇਸ਼ੂ ਨੂੰ ਇੱਥੋਂ ਤੱਕ ਹੀ ਰੱਖ ਕੇ ਦੇਖਣਾ ਚਾਹੀਦਾ ਕਿ ਤਾਲਿਬਾਨ ਸਰਕਾਰ ਆਈ, ਉਸ ਤੋਂ ਬਾਅਦ ਹੀ ਘੱਟ ਗਿਣਤੀ ਲਈ ਖਤਰਾ ਪੈਦਾ ਹੋ ਗਿਆ, ਜਾਂ ਇਸ ਨੂੰ ਇਸ ਨਜ਼ਰੀਏ ਨਾਲ ਸਮਝਿਆ ਜਾਵੇ ਕਿ ਇਸਲਾਮਿਕ ਸਟੇਟ ਹੈ ਉਹ ਤਾਲਿਬਾਨ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ? ਤਾਲਿਬਾਨ ਦਾ ਜਿਹੜਾ ਇਹ ਬਿਆਨ ਸੀਗਾ, ਇੱਕ ਸਮੇਂ ਤੇ ਆਇਆ ਸੀਗਾ ਕਿ ਤੁਸੀਂ ਸੁਤੰਤਰ ਹੋ, ਤੁਸੀਂ ਆਜ਼ਾਦ ਹੋ ਆਪਣੇ ਧਰਮ ਦੇ ਲਈ, ਕੀ ਤੁਹਾਨੂੰ ਲੱਗਦਾ ਨਹੀਂਗਾ ਕਿ ਇਸਲਾਮਿਕ ਸਟੇਟ ਦਾ ਅਸਰ ਹੈ ਤਾਲਿਬਾਨ ਦੇ ਉੱਤੇ ਤੇ ਉਹ ਭਾਰਤ ਨੂੰ ਵੀ ਇੱਕ ਸੁਨੇਹਾ ਦੇਣਾ ਚਾਹੁੰਦਾ? ਪ੍ਰੋਫੈਸਰ ਮਨਜੀਤ ਸਿੰਘ, ਦੇਖੋ, ਮਾਮਲੇ ਕਾਫੀ ਉਲਝੇ ਹੋਏ ਆ। ਸਾਨੂੰ ਨਾ ਬਚਪਨ 'ਚ ਇੱਕ ਸਟੋਰੀ ਉਹ ਭੇੜੀਆ ਤੇ ਮੇਮਣੇ ਦੀ ਸੁਣਾਉਂਦੇ ਸੀ, ਇਹ ਪੂਰੀ ਦੁਨੀਆ 'ਚ ਹੀ ਲਾਗੂ ਹੋ ਗਈ। ਇੰਨੀ ਦੇਰ ਬਾਅਦ ਸਾਨੂੰ ਪਤਾ ਲੱਗਾ ਕਿ ਇਹ ਬੜੀ ਜ਼ਬਰਦਸਤ ਢੰਗ ਨਾਲ ਅਫਗਾਨਿਸਤਾਨ ਦੀ ਆਪਣੀ ਹੋਂਦ ਤੇ ਦੇਖੋ ਕੀ ਬਣਾਈ ਹੋਈ ਆ। 10 ਸਾਲ ਉੱਥੇ ਰੂਸ ਰਾਜ ਕਰ ਗਿਆ, ਫਿਰ ਉਹ ਛੱਡ ਕੇ ਗਏ, ਫਿਰ ਜਾ ਕੇ ਆਪਣੀਆਂ ਫੌਜਾਂ 10-15 ਸਾਲ ਅਮਰੀਕਾ ਨੇ ਵਾੜ ਛੱਡੀਆਂ ਤੇ ਸਮਝੌਤਾ ਕਰਕੇ ਤਾਲਿਬਾਨ ਨੂੰ ਰਾਜ ਦੇ ਕੇ ਗਏ ਆ ਬੜੇ ਆਰਾਮ ਨਾਲ, ਆਪ ਉੱਥੋਂ ਭੱਜ ਗਏ। ਹੁਣ ਉਹ ਦੇਸ਼ ਦਾ ਜੋ ਸਤਿਆਨਾਸ਼ ਕੀਤਾ, ਜੋ ਉੱਥੇ ਨਸ਼ੇ ਹੋਰ ਸਾਰਾ ਪੈਦਾ ਕਰਕੇ, ਉੱਥੇ ਹੋਰ ਹੋ ਕੀ ਸਕਦਾ? ਉੱਥੇ ਇਹੋ ਹੀ ਖੇਤੀ ਹੋਊਗੀ ਜੋ ਉੱਥੇ ਹੋ ਰਹੀ ਹੈ, ਕਦੀ IS ਦੀ ਔਰ ਕਦੀ ਤਾਲਿਬਾਨ ਦੀ, ਕਦੀ ਹੋਰ ਕਿਸੇ ਲੋਕਾਂ ਦੀ। ਔਰ ਇਹ ਪੈਦਾ ਕੀਤੇ ਆ ਸਿਸਟਮੈਟਿਕਲੀ ਅਮਰੀਕਾ ਨੇ ਔਰ ਭੁਗਤ ਰਹੇ ਆ ਬਾਕੀ ਸਾਰੇ ਦੇਸ਼। ਦੂਜੀ ਗੱਲ, ਸਾਡੇ ਦੇਸ਼ ਦੇ ਵਿੱਚ ਇੱਥੇ ਵੀ ਇਹੋ ਹੀ ਆ, ਤਕੜੇ ਦਾ 37-100 ਜਾਂ ਜਿਸ ਦੀ ਲਾਠੀ ਉਹਦੀ ਭੈਣ, ਜਿਹੜੀ ਸਾਨੂੰ ਜਿਸ ਤਰ੍ਹਾਂ ਸਾਡੇ ਸੱਭਿਆਚਾਰ 'ਚ ਸਿਖਾਇਆ ਗਿਆ। ਬਹੁ ਗਿਣਤੀ ਜਿਹੜੀ ਆ ਉਹ ਘੱਟ ਗਿਣਤੀਆਂ ਨਾਲ, ਆਪਾਂ ਯੂਪੀ ਦੇ ਵਿੱਚ ਦੇਖੋ ਕਿਵੇਂ ਬਲਡੋਜ਼ਰ ਚੱਲਦੇ ਆ, ਉਹ ਹੁਣ ਉਹਨੂੰ ਕਈ ਜੋ ਮਰਜ਼ੀ ਅਸੀਂ ਚੱਲੀਏ, ਇੱਥੇ ਵੀ ਘੱਟ ਗਿਣਤੀਆਂ ਅਸੁਰੱਖਿਅਤ ਮਹਿਸੂਸ ਕਰਦੀਆਂ। ਅੱਜ ਦਫ਼ਤਰ ਖੋਲਿਆ, ਜਿਹੜੀ ਦਿੱਲੀ ਵਾਲੀ HPC ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਖੋਲ ਲਿਆ, ਕਾਹਦੇ ਲਈ ਹੈ? ਕਿਉਂਕਿ ਸਿੱਖੀ ਦਾ ਪ੍ਰਚਾਰ HPC ਨਹੀਂ ਕਰਦੀ। ਸਾਨੂੰ ਪਤਾ ਸਾਰਾ ਕੁਝ ਕੀ ਹੋਣਾ। ਇਸ ਲਈ ਭਾਵੇਂ ਉਹ ਦੇਸ਼ ਤੇ ਦੁਨੀਆ ਦੇ ਵਿੱਚ ਰਾਜਨੀਤੀ ਆ ਤਕੜਾ, ਜਿਹੜਾ ਠੋਕੀ ਤੁਰਿਆ ਜਾਂਦਾ, ਰੂਸ ਯੂਕਰੇਨ ਨੂੰ ਠੋਕੀ ਤੁਰਿਆ ਜਾਂਦਾ, ਚੀਨ ਤਾਇਵਾਨ ਨੂੰ ਠੋਕੀ ਤੁਰਿਆ ਜਾਂਦਾ, ਜਾਂ ਸਾਡੇ ਦੇਸ਼ 'ਚ ਜਿਹੜੀ ਪੋਲਿਟਿਕਸ ਚੱਲ ਰਹੀ ਹੈ ਉਹ ਧਰਮਾਂ ਦੇ ਨਾਂ ਤੇ, ਬਹੁ ਗਿਣਤੀ ਘੱਟ ਗਿਣਤੀ ਦੇ ਨਾਂ ਤੇ, ਸੰਵਿਧਾਨ ਨੂੰ ਇੱਕ ਪਾਸੇ ਰੱਖ ਕੇ ਜਿਹੜੀ ਚੱਲ ਰਹੀ ਹੈ, ਉਹ ਆਪਣੇ ਆਪ 'ਚ ਸਾਨੂੰ ਕਿਤੇ ਨਾ ਕਿਤੇ ਉਸ ਗੱਲ ਦਾ ਵੀ ਸੇਕ ਅਫਗਾਨਿਸਤਾਨ 'ਚ ਵੀ ਲੱਗ ਰਿਹਾ। ਪ੍ਰੋਫੈਸਰ ਮਨਜੀਤ ਸਿੰਘ, ਤੁਸੀਂ ਬਹੁਤ ਵੱਡਾ ਇਸ਼ਾਰਾ ਕਰ ਰਹੇ ਹੋ। ਮੇਰਾ ਸਵਾਲ ਹੈ, ਜਦੋਂ ਪੈਗੰਬਰ ਮੁਹੰਮਦ ਤੇ ਟਿੱਪਣੀ ਹੋਈ ਸੀ ਇੱਥੇ ਦੇਸ਼ ਦੇ ਵਿੱਚ, ਉਹਦਾ ਅਸਰ ਤਾਂ ਨਹੀਂ ਉਧਰ ਪੈ ਰਿਹਾ? ਇੱਕ ਸਵਾਲ ਹੋਰ ਹੈ ਮੇਰਾ, ਜਦੋਂ ਕਸ਼ਮੀਰ ਵਿੱਚ ਘੱਟ ਗਿਣਤੀ ਦਾ ਮੁੱਦਾ ਉੱਠਦਾ, ਉਹਦਾ ਅਸਰ ਤਾਂ ਨਹੀਂ ਪੈ ਰਿਹਾ? ਪ੍ਰੋਫੈਸਰ ਮਨਜੀਤ ਸਿੰਘ, ਦੋਵੇਂ ਗੱਲਾਂ ਹੀ ਆ। ਤੁਸੀਂ ਬੜੇ ਸਿਆਣੇ ਆ KP ਸਿੰਘ, ਇਸ਼ਾਰੇ ਨਾਲ ਸਾਰੀ ਗੱਲ ਦਾ ਜਵਾਬ ਵੀ ਤੁਹਾਡੇ ਸਵਾਲਾਂ 'ਚ ਹੀ ਹੈਗਾ। ਇਹ ਗੱਲ ਤੇ ਇੱਕ ਚਲੋ ਜਿਸ ਤਰ੍ਹਾਂ ਕਹਿੰਦੇ ਨਸੂਰ ਕਹਿ ਲਓ ਜਾਂ ਪੱਕੀ ਸੂਲ ਆ ਜਿਹੜਾ ਕਸ਼ਮੀਰ ਦਾ, ਉਹ ਪਾਕਿਸਤਾਨ ਹੋਏ ਅਫਗਾਨਿਸਤਾਨ ਹੋਏ, ਅਫਗਾਨਿਸਤਾਨ ਤੋਂ ਆ ਕੇ ਕਸ਼ਮੀਰ 'ਚ ਲੜ ਰਹੇ ਆ ਲੋਕ, ਆਉਂਦੇ ਆ, ਕਈ ਵਾਰ ਕਦੀ ਫੜੇ ਵੀ ਜਾਂਦੇ ਆ ਉੱਥੇ, ਕਈਆਂ ਨੂੰ ਹੋ ਸਕਦਾ ਉਧਰ ਟ੍ਰੇਨਿੰਗ ਵੀ ਮਿਲ ਰਹੀ ਹੋਵੇ। ਇਹ ਗੱਲ ਤੇ ਇੱਕ ਪੱਕਾ ਹੀ ਹੈਗਾ। ਦੂਸਰੀ ਗੱਲ, ਮੁਹੰਮਦ ਹੋਣਾ ਵਾਲਾ ਤੇ ਕੱਲ ਦਾ ਇਸ਼ੂ ਆ। ਮੇਰਾ ਖਿਆਲ ਜਿਹੜੇ ਪਿਛਲੇ 2 ਸਾਲਾਂ 'ਚ ਇੱਕ ਵਾਰੀ
ਜਿਹੜੇ ਸਿੱਖ ਉੱਥੇ ਗੁਰਦੁਆਰੇ 'ਚ ਮਾਰ ਕੇ ਬੁੱਚੜ ਕੀਤੇ, ਫਿਰ ਦੂਜੀ ਵਾਰੀ ਆ ਹੁਣ 50 ਮਾਰੇ ਆ, ਇੱਕ ਵਾਰੀ 20 ਬੰਦਿਆਂ ਨੇ ਅੰਦਰ ਜਾ ਕੇ ਬੰਨ੍ਹ ਦਿੱਤਾ ਸੀ ਉੱਥੇ। ਉਹ ਲਗਾਤਾਰ ਪਿਛਲੇ 2 ਸਾਲਾਂ ਤੋਂ ਕਾਫੀ ਐਕਟਿਵ ਹੈਗੇ ਆ ਅਫਗਾਨਿਸਤਾਨ ਦੇ ਅੰਦਰ। ਸਵਾਲ ਇਹ ਸਾਡੇ ਆ ਕਿ ਸਾਡੇ ਦੇਸ਼ ਦੀ ਐਡਾ ਵੱਡਾ 130 ਕਰੋੜ ਦਾ ਦੇਸ਼ ਹੈ, ਐਡੀ ਵੱਡੀ ਡੈਮੋਕ੍ਰੇਸੀ ਆ, ਸਾਡੀ ਉੱਥੇ ਸੇ ਕੀ ਹੈ? ਕਿੰਨੇ ਕੁ ਲੋਕ ਅਫਗਾਨਿਸਤਾਨ 'ਚ ਆ? ਕਿੰਨੇ ਕੁ ਅਫਗਾਨੀ? ਬਹੁਤ ਵੱਡਾ ਕੋਈ ਦੇਸ਼ ਤੇ ਨਹੀਂ, ਬੜਾ ਪ੍ਰਬਲ ਤੇ ਸਰਵ ਸ਼ਕਤੀਮਾਨ ਦੇਸ਼ ਤੇ ਨਹੀਂ। ਸਾਡੀ ਡਿਪਲੋਮੇਸੀ, ਸਾਡਾ ਡਿਸਿਪਲਿਨ, ਸਾਡੇ ਉੱਥੇ ਜਿਹੜਾ ਕਾਉਂਸੂਲੇਟ ਹੈ ਉਹ ਕੀ ਕਰਦੇ ਆ ਉੱਥੇ? ਇਹਦਾ ਮਤਲਬ ਸਾਨੂੰ ਕੋਈ ਬਾਹਰ ਰਿਕੋਗਨਾਈਜ਼ ਕਰਨ ਲਈ ਤਿਆਰ ਨਹੀਂ ਕਿ ਸਾਡੇ ਬੰਦਿਆਂ ਨੂੰ ਦਿਨ ਦਿਹਾੜੇ ਮਾਰ ਕੇ 50-50 ਬੰਦਿਆਂ ਨੂੰ ਚਲੇ ਜਾਂਦੇ ਆ ਔਰ ਫਿਰ ਕੋਈ ਪਰਵਾਹ ਨਹੀਂ ਉੱਥੇ। ਇਸ ਲਈ ਸਾਨੂੰ ਇਹ ਦੇਖਣਾ ਪਊਗਾ ਕਿ ਧਰੂਵੀਕਰਨ ਕਰਨ ਦੀ ਜਗ੍ਹਾ CAA ਲਿਆ ਕੇ ਆਪਾਂ ਧਰੂਵੀਕਰਨ ਦੇ ਵਿੱਚ ਕੰਟਰੀਬਿਊਟ ਕਰ ਰਹੇ ਹਾਂ। ਇਹ ਦੁੱਖ ਦੀ ਗੱਲ ਹੈਗੀ ਆ। ਮੈਨੂੰ ਨਹੀਂ ਲੱਗਦਾ ਕਿ ਕੇਜਰੀਵਾਲ ਨੇ CAA ਦੀ ਸਪੋਰਟ ਕੀਤੀ ਸੀ ਜਿਵੇਂ ਕੁਲਦੀਪ ਜੀ ਕਹਿ ਰਹੇ ਆ। ਤੁਸੀਂ ਰਿਕਾਰਡ ਕੱਢੋ ਕਿ ਪਾਰਲੀਮੈਂਟ ਦੇ ਵਿੱਚ ਸਪੋਰਟ ਉਹਨਾਂ ਨੇ CAA ਦੀ ਸਪੋਰਟ ਕੀਤੀ ਕਿ ਅਪੋਜ਼ ਕੀਤਾ? ਉਹਨਾਂ ਨੇ ਬਿਲਕੁਲ ਸਪੋਰਟ ਕੀਤੀ ਹੈ CAA ਦੀ, ਠੀਕ ਹੈ। ਇਸ ਲਈ ਉਹਨਾਂ ਨੇ ਕੋਈ ਵਿਰੋਧਤਾ ਨਹੀਂ ਸੀ ਕੀਤੀ। ਇਹ ਗੱਲ ਆਪਾਂ ਨੂੰ ਰਿਕਾਰਡ ਸਾਫ਼ ਹੋਣਾ ਚਾਹੀਦਾ। ਪਰ ਲਾਸਟ ਗੱਲ ਮੈਂ ਇਹੀ ਕਹਿਣਾ, ਜੋ ਬੀਜਾਂਗੇ ਉਹ ਹੀ ਵੱਢਾਂਗੇ। ਨਹੀਂ ਪ੍ਰਸਮਜੀਤ ਸਿੰਘ ਇਹਦਾ ਮੈਸੇਜ ਕੀ ਜਾਂਦਾ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਤੁਸੀਂ ਚਾਹੁੰਦੇ ਹੋ ਕਿ ਜਿਹੜੀ ਘੱਟ ਗਿਣਤੀ ਉੱਤੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਉਹਨੂੰ ਦੇਸ਼ ਵਾਪਸ ਨਾ ਲਿਆਂਦਾ ਜਾਵੇ, ਉਹਨੂੰ ਉਸੇ ਸਹਿਮ ਦੀ ਜ਼ਿੰਦਗੀ ਵਿੱਚ ਜਿਉਣ ਦਿੱਤਾ ਜਾਵੇ? ਦੇਖੋ ਇੱਥੇ ਆ ਕੇ ਦੇਖੋ ਦੁੱਖ ਤੇ ਬਹੁਤ ਹੈਗਾ। ਇੱਥੇ ਆ ਕੇ ਉਹ ਕਿਤੇ ਸੁਖੀ ਹੋਣਗੇ? ਜਿਹੜੇ ਪੰਜਾਬੀ ਉੱਥੋਂ ਪਾਕਿਸਤਾਨ ਤੋਂ ਆਏ ਇੱਥੇ ਬੜੇ ਸੁਖੀ ਆ, ਅੱਜ ਵੀ ਉਸ ਪੰਜਾਬ ਨੂੰ ਰੋਂਦੇ ਆ। ਮਿੰਟ ਗੁਮਰੀ ਜਾਂ ਜਿੱਥੋਂ ਵੀ ਲਾਇਲਪੁਰ ਜਿੱਥੋਂ ਆਏ ਆ ਉਸ ਧਰਤੀ ਨੂੰ ਛੂਹਣ ਲਈ ਰੋਂਦੇ ਆ। ਅਫਗਾਨਿਸਤਾਨ ਤੋਂ ਆ ਕੇ ਤੁਹਾਨੂੰ ਪਤਾ ਜਿਹੜੇ ਅਫਗਾਨਿਸਤਾਨ ਸਿੱਖ ਆ 2 ਕਿਸਮ ਦੇ ਆ। ਇੱਕ ਤੇ ਹੈ ਹੀ ਕਨਵਰਟਡ ਮੁਸਲਮਾਨ। ਬੀਜੇਪੀ ਪਤਾ ਨਹੀਂ ਉਹਨਾਂ ਨੂੰ ਰਿਐਕਟ ਕਿਵੇਂ ਕਰੂਗੀ। ਉਹ ਅਸਲ 'ਚ ਪਠਾਨ ਹੈ ਓਰੀਜਨਲ ਉੱਥੇ ਦੇ, ਪਸ਼ਤੋ ਬੋਲਦੇ, ਉਹਨਾਂ ਦੀ ਮਦਰ ਟੰਗ ਪਸ਼ਤੋ ਆ, ਦਾੜੀ ਹੈਗੀ ਆ। ਔਰ ਦੂਸਰੇ ਸਾਡੇ ਜਿਹੜੇ ਹਿੰਦਕੋ ਬੋਲਦੇ ਆ ਉਹ ਸਾਡੇ ਇੱਥੋਂ ਗਏ ਹੋਏ ਆ, ਜਿਹੜੇ ਹਰੀ ਸਿੰਘ ਨਲੂਏ ਦੀ ਗੱਲ ਕਰ ਰਹੇ ਆ। ਇਸ ਲਈ ਉੱਥੇ 2 ਕਿਸਮ ਦੇ ਸਿੱਖ ਆ। ਇੱਕ ਤੇ ਹੈਗੇ ਹੀ ਜੈਨੇਟਿਕਲੀ ਮੁਸਲਮਾਨ ਹੈਗੇ, ਕਨਵਰਟ ਹੋਏ ਆ। ਗੁਰੂ ਨਾਨਕ ਦੇਵ ਜੀ ਦੇ ਸਤਰ ਛਾਇਆ 'ਚ ਉਹਨਾਂ ਨੇ ਜਦੋਂ ਪ੍ਰਭਾਵ ਉਹ ਕਾਬਲ ਤੱਕ ਗਏ ਉਦੋਂ ਕਨਵਰਟ ਹੋਏ। ਕਹਿਣ ਦਾ ਮੇਰਾ ਮਤਲਬ ਜਿਹੜੇ ਹੈਗੇ ਹੀ ਪਸ਼ਤੋ ਬੋਲਦੇ ਉਹ ਇੱਥੇ ਆ ਕੇ ਕੀ ਕਰਨਗੇ ਜੀ? ਚਲੋ ਠੀਕ ਹੈ ਪ੍ਰਸਮਜੀਤ ਸਿੰਘ। ਕਰਨੈਲ ਸਿੰਘ ਪੀਰ ਅਹਿਮਦ, ਇਹ ਸਵਾਲ ਤੁਹਾਡੇ ਲਈ ਹੈ। ਕਰਨੈਲ ਸਿੰਘ ਪੀਰ ਅਹਿਮਦ, ਜਿਹੜੇ ਸਿੱਖਾਂ ਨੂੰ ਉੱਥੋਂ ਲਿਆਂਦਾ ਜਾਊਗਾ ਜਾਂ ਹਿੰਦੂ ਭਾਈਚਾਰੇ ਨੂੰ ਉੱਥੋਂ ਲਿਆਂਦਾ ਜਾਊਗਾ, ਕੀ ਉਹ ਇੱਥੇ ਅਸੁਰੱਖਿਅਤ ਤਾਂ ਨਹੀਂ ਰਹਿਣਗੇ? ਇੱਥੇ ਸੁਰੱਖਿਅਤ ਹੈ? ਪ੍ਰਸਮਜੀਤ ਸਿੰਘ ਨੇ ਬਹੁਤ ਵੱਡਾ ਸਵਾਲ ਚੁੱਕਤਾ ਇੱਥੇ ਘੱਟ ਗਿਣਤੀ ਤੇ ਬਹੁ ਗਿਣਤੀ ਵਾਲਾ। ਦੇਖੋ ਕੈਨੇਡਾ ਵਰਗੇ ਮੁਲਕ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਕਾਇਦਾ ਐਲਾਨ ਕੀਤਾ ਕਿ ਇਹ ਅਫਗਾਨਿਸਤਾਨ ਦੀ ਸਿੱਖ ਆਉਂਦੇ ਆ ਜਾਂ ਇਵਨ ਸੀਰੀਆ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੇ ਉੱਥੋਂ ਕੋਈ ਵੀ ਹਿਜਰਤ ਕਰਦਾ ਹੈ ਉਹਨੂੰ ਫਸਟ ਪ੍ਰੈਫਰੈਂਸ ਅਸੀਂ ਦੇਵਾਂਗੇ, ਉਹਨੂੰ ਇੱਥੇ ਸ਼ੈਲਟਰ ਵੀ ਦੇਵਾਂਗੇ ਔਰ ਸਿਟੀਜ਼ਨਸ਼ਿਪ ਵੀ ਦੇਵਾਂਗੇ। ਇਹ ਸਾਡੇ ਦੇਸ਼ ਦੇ ਅੰਦਰ ਗੱਲ ਤਾਂ ਇੰਡੀਅਨ ਗਵਰਨਮੈਂਟ ਦਾ ਫਰਜ਼ ਬਣਦਾ ਕਿ ਉਹ ਸਿੱਖ ਕੌਮ ਦੇ ਜਿਹੜੇ ਵੀ ਹਿਜਰਤ ਕਰਨ ਵਾਲੇ ਕੋਈ ਵੀ ਪਰਿਵਾਰ ਹੈ, ਹਿੰਦੂ ਪਰਿਵਾਰ ਹੈ, ਉਹਨਾਂ ਨੂੰ ਇੱਥੇ ਅੱਛੇ ਤਰੀਕੇ ਦੇ ਨਾਲ ਰੱਖਣ। ਪਰ ਉਸ ਤੋਂ ਜ਼ਿਆਦਾ ਜ਼ਰੂਰੀ ਇਹ ਹੈਗਾ ਹੈ ਕਿ ਉੱਥੇ ਹੀ ਉਹ ਅਜੇ ਤੱਕ ਤਾਲਿਬਾਨ ਸਰਕਾਰ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਇੰਡੀਅਨ ਗਵਰਨਮੈਂਟ ਦੇ ਕੋਈ ਗੱਲਬਾਤ ਕੀਤੀ ਹੋਵੇ। ਤੇ ਇਸ ਸੰਬੰਧ ਦੇ ਵਿੱਚ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਮਿਲੇ ਸੀ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਚਾਰ ਵਟਾਂਦਰਾ ਹੋਇਆ ਔਰ ਬਹੁਤ ਜਲਦੀ ਵਫਦ ਵੀ ਜਿਹੜਾ ਉੱਥੇ ਜਾ ਰਿਹਾ ਔਰ ਬਕਾਇਦਾ ਜਿਹੜੇ ਉਹ ਸਿੱਖ ਉੱਥੋਂ ਆ ਰਹੇ ਨੇ, ਪਹਿਲਾਂ ਵੀ ਜਿਹੜੇ ਆਏ ਸੀ ਉਹਨਾਂ ਨੂੰ ਇੱਥੇ ਸੰਭਾਲਿਆ ਗਿਆ ਔਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਤੁਸੀਂ ਜ਼ਿੰਮੇਵਾਰੀ ਲੈ ਰਹੇ ਹੋ ਕਰਨੈਲ ਸਿੰਘ ਪੀਰ ਅਹਿਮਦ, ਤੁਸੀਂ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਲੈ ਰਹੇ ਹੋ ਜਿਹੜੇ ਉੱਥੋਂ ਇੱਥੇ ਆ ਰਹੇ ਆ? ਹਾਂਜੀ, ਤੁਸੀਂ ਉਹਨਾਂ ਦੀ ਜ਼ਿੰਮੇਵਾਰੀ ਲੈ ਰਹੇ ਹੋ? SGPC ਜ਼ਿੰਮੇਵਾਰੀ ਲੈ ਰਹੀ ਹੈ ਉਹਨਾਂ ਦੀ? ਬਿਲਕੁਲ ਬਿਲਕੁਲ, ਕਿਉਂ ਨਹੀਂ ਜ਼ਿੰਮੇਵਾਰੀ ਉਹਨਾਂ ਦੀ? ਜਿਹੜਾ 에ਅਰ ਫੇਅਰ ਸਾਰਾ ਜਿੰਨਾ ਉੱਥੋਂ ਆ ਰਹੇ ਨੇ ਸਾਰਾ ਖਰਚਾ SGPC ਕਰ ਰਹੀ ਹੈ। ਹਾਂ ਚਲੋ ਮੈਂ ਹੋਰ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ। ਅਫਗਾਨ ਸਿੱਖਾਂ ਦਾ ਹਮਦਰਦ ਕੌਣ ਹੈ? ਘੱਟ ਗਿਣਤੀ ਉੱਥੇ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ ਤਾਂ ਦੇਸ਼ ਨੇ ਕਦਮ ਕੀ ਚੁੱਕਿਆ ਹੈ? ਕਿਉਂਕਿ ਜੇ ਇੱਥੋਂ ਦੇ ਵਸਿੰਦੇ ਆ ਜਾਂ ਇੱਥੋਂ ਨਾਲ ਉਹਨਾਂ ਤਾਲੁਕ ਹੈਗਾ ਤਾਂ ਸਾਡੇ ਦੇਸ਼ ਦੀ ਜ਼ਿੰਮੇਵਾਰੀ ਕੀ ਬਣਦੀ ਹੈ, ਉਸ ਬਾਬਤ ਚਰਚਾ ਕਰ ਰਹੇ ਹਾਂ। ਅੱਜ ਮੁੱਦਾ ਫਿਰ ਗੂੰਜਿਆ ਤੇ ਇਸੇ ਕਰਕੇ ਸਵਾਲ ਹੋ ਰਹੇ। वापस आ रहे। माननीय महोदय जी, मैं अफगानिस्तान में गुरुद्वारे और सिखों पर हो रहे हमले के बारे में बोलने के लिए खड़ा हुआ हूँ। ये एक सिख होने की पहचान पर हमला है। इस तरह के हमले हमें कई सवाल करने के लिए मजबूर कर देते हैं कि ये हमले हमारे ऊपर ही क्यों। एक बार फिर ਤੁਹਾਡਾ ਸਵਾਗਤ ਕਰਦੇ ਹਾਂ ਤੇ ਬੜਾ ਸਵਾਲ ਅਸੀਂ ਪੁੱਛ ਰਹੇ ਹਾਂ, ਅਫਗਾਨਿਸਤਾਨ 'ਚ ਅਸੁਰੱਖਿਅਤ ਮਹਿਸੂਸ ਕਰ ਰਹੀ ਘੱਟ ਗਿਣਤੀ ਲਈ ਭਾਰਤ ਨੂੰ ਕੀ ਕਰਨ ਦੀ ਲੋੜ ਹੈ?
ਕੁਲਦੀਪ ਸਿੰਘ ਧਾਲੀਵਾਲ ਕਰਨੈਲ ਸਿੰਘ ਪੀਰ ਮਦਵਾਰ ਬਾਰੇ ਸਵਾਲ ਕਰਦੇ ਪਏ ਹੈ ਕਿ ਤਾਲਿਬਾਨ ਸਰਕਾਰ ਨਾਲ ਤੁਸੀਂ ਰਾਬਤਾ ਕੀਤਾ, ਕੋਈ ਬੈਕ ਚੈਨਲ ਗੱਲਬਾਤ ਹੋਈ ਹੋਵੇ? ਕਿਉਂਕਿ ਤਾਲਿਬਾਨ ਸਰਕਾਰ ਬਣਨ ਤੋਂ ਪਹਿਲਾਂ ਤੁਹਾਡਾ ਸਟੈਂਡ ਸਾਫ਼ ਸੀਗਾ, ਅਸੀਂ ਕੋਈ ਗੱਲਬਾਤ ਨਹੀਂ ਕਰਾਂਗੇ, ਪਰ ਗੱਲਬਾਤ ਤਾਂ ਕਰਨੀ ਪੈਣੀ ਹੈ। ਕੁਲਦੀਪ ਸਿੰਘ ਧਾਲੀਵਾਲ ਦੇਖੋ, ਮੈਂ ਕੇਪੀ ਪਹਿਲਾਂ ਤਾਂ ਮੈਂ ਇਸ ਗੱਲ ਦਾ ਜਵਾਬ ਦੇ ਲਈ ਪ੍ਰੈਸ ਸਾਹਿਬ ਗੱਲ ਕਰ ਰਹੇ ਸੀ ਕਿ ਉੱਥੋਂ ਦੇ ਜਿਹੜੇ ਆਪਣੇ ਘੱਟ ਗਿਣਤੀ ਹੈ, ਉਹ ਘੱਟ ਗਿਣਤੀ ਦੇ ਉੱਪਰ ਜਦੋਂ ਮੁਸੀਬਤ ਆਈ ਹੈ ਭਾਰਤ ਸਰਕਾਰ ਦੀ, ਮੈਂ ਦੱਸ ਦੇਵਾਂ ਕਿ ਉਹ ਸਾਡੇ ਭਾਰਤੀ ਨਾਗਰਿਕ ਨਹੀਂ ਹੈਗੇ, ਉਹ ਸਾਡੇ ਸਿੱਖ ਭਰਾ ਨੇ ਪਰ ਅਫਗਾਨਿਸਤਾਨ ਦੇ ਨਾਗਰਿਕ ਨੇ। ਤਾਂ ਭਾਰਤ ਸਰਕਾਰ ਇਮੀਡੀਏਟਲੀ ਕੀ ਕਰ ਸਕਦੀ ਸੀ? ਹਿੰਦੂ ਸਿੱਖਾਂ ਲਈ ਇੱਕ ਕਾਨੂੰਨ ਬਣਾ ਸਕਦੀ ਸੀ ਕਿ ਭਾਈ ਜੇ ਤੁਸੀਂ ਇੱਧਰ ਆਉਣੇ ਹੋ ਤਾਂ ਤੁਹਾਨੂੰ ਇੱਥੇ ਆਉਣ ਸਾਰ ਨਾਗਰਿਕਤਾ ਦੇ ਦਾਂਗੇ। ਅਸੀਂ ਉਹ ਕਾਨੂੰਨ ਬਣਾਇਆ, ਉਹ ਕਾਨੂੰਨ ਦਾ ਇਹਨੂੰ ਜਿਹੜਾ ਹੈਗਾ ਵਿਰੋਧ ਕੀਤਾ। ਜਿੰਨੇ ਵੀ ਪੈਨਲ ਤੇ ਧਾਲੀਵਾਲ ਸਾਹਿਬ ਸੁਣ ਲਓ ਨਾ ਇੱਕ ਮਿੰਟ। ਧਾਲੀਵਾਲ ਸਾਹਿਬ, ਬਿਨਾਂ ਕਾਨੂੰਨ ਬਣਾਏ ਤੋਂ ਉਹਨਾਂ ਨੂੰ ਇੱਧਰ ਲਿਆ ਕੇ ਸਾਂਭਿਆ ਨਹੀਂ ਜਾ ਸਕਦਾ ਸੀਗਾ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਨਹੀਂ ਕੀਤਾ ਜਾ ਸਕਦਾ ਸੀ। ਕਿਸ ਕਾਨੂੰਨ ਦੇ ਤਹਿਤ ਕਿਸੇ ਦੂਜੇ ਦੇਸ਼ ਦੇ ਨਾਗਰਿਕ ਨੂੰ ਲਿਆਓਗੇ ਤੁਸੀਂ? ਤਾਂ ਕਾਨੂੰਨ ਜਿਹੜਾ ਸਾਡਾ ਬਣਿਆ ਹੈਗਾ ਤਾਂ ਉਹਦੇ ਤਹਿਤ ਹੁਣ ਆਏ ਆ, ਔਰ ਤਕਰੀਬਨ 15,000 ਪਰਿਵਾਰ ਨੇ ਸ਼ਰਨ ਲਈ ਹੈ ਇੱਥੇ, ਔਰ ਇਤਿਹਾਸ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ। ਨਹੀਂ ਧਾਲੀਵਾਲ ਸਾਹਿਬ ਧਾਲੀਵਾਲ ਸਾਹਿਬ ਇੰਨੇ ਉੱਥੇ ਸਾਡੇ ਬਿਜ਼ਨਸ ਟੇਕ ਵੀ ਹੈਗੇ ਆ ਕਿ ਅਸੀਂ ਉੱਥੇ ਆਪਣੇ ਲੋਕਾਂ ਦੀ ਸੁਰੱਖਿਆ ਲਈ ਕੁਝ ਨਹੀਂ ਕਰ ਸਕਦੇ? ਧਾਲੀਵਾਲ ਸਾਹਿਬ, ਇੱਧਰ ਲਿਆਉਣਾ ਹੀ ਸਾਡੇ ਕੋਲ ਹੱਲ ਹੈ, ਹੋਰ ਕੋਈ ਹੱਲ ਨਹੀਂ? ਕੇਪੀ ਦੇਖੋ, ਜੇ ਕੋਈ ਸਾਡੇ ਕੋਲ ਡਿਪਲੋਮੈਟ ਹੁੰਦਾ ਤੁਹਾਨੂੰ ਦੱਸ ਦਿੰਦਾ ਜ਼ਰੂਰ, ਸ਼ਾਇਦ ਪ੍ਰੈਸ ਸਾਹਿਬ ਮੇਰੀ ਗੱਲ ਨੂੰ ਜ਼ਰੂਰ ਸਪੋਰਟ ਕਰਨਗੇ ਕਿ ਦੂਜੇ ਦੇਸ਼ ਦੇ ਸਿਟੀਜ਼ਨ ਵਾਸਤੇ ਅਸੀਂ ਉੱਥੇ ਡਿਪਲੋਮੈਟਿਕਲੀ ਕੁਝ ਨਹੀਂ ਕਰ ਸਕਦੇ, ਆਪਦੇ ਸਿਟੀਜ਼ਨਸ ਲਈ ਕਰ ਸਕਦੇ ਹਾਂ। ਉਹ ਉਹਨਾਂ ਦੇ ਸਿਟੀਜ਼ਨਸ ਦੀ ਮਰਜ਼ੀ ਹੈ, ਉਹ ਸਾਡੇ ਕੋਲੇ ਆਉਣਗੇ ਜੇ ਤਾਂ ਅਸੀਂ ਉਹਨਾਂ ਨੂੰ ਹੱਥਾਂ ਤੇ ਚੱਕ ਲਾਂਗੇ, ਔਰ ਚੱਕਿਆ ਵੀ ਹੈ। ਔਰ ਮੈਂ ਸ਼੍ਰੋਮਣੀ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦਾ, ਭਾਵੇਂ ਉਹ ਦਿੱਲੀ ਦੀ ਕਮੇਟੀ ਆ, ਭਾਵੇਂ ਪੰਜਾਬ ਦੀ ਸਾਡੀ ਕਮੇਟੀ ਹੈ। ਜਿਹੜਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਬਿਨਾਂ ਮਿਸ਼ਨ ਜਿਹੜਾ ਸਕਸੈਸਫੁਲ ਨਹੀਂ ਹੋ ਸਕਦਾ। ਚਲੋ, ਤਾਲਿਬਾਨ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਤੁਸੀਂ ਇਸ ਬਾਬਤ? ਬਿਲਕੁਲ, ਡਿਪਲੋਮੈਟਿਕਲੀ ਜਿਹੜਾ ਹੈਗਾ ਸਾਡੀਆਂ ਐਮਬੈਸੀਜ਼ ਜਿਹੜੀਆਂ ਉਹ ਰਾਬਤੇ ਦੇ ਤਹਿਤ ਹੀ ਕੰਮ ਕਰ ਰਹੀਆਂ। ਨਹੀਂ ਐਵੇਂ ਸ਼੍ਰੋਮਣੀ ਕਮੇਟੀ ਕੋਲੇ ਕੀ ਪਾਸਪੋਰਟ ਹੈ ਜਿਹੜਾ ਜਾ ਕੇ ਗੱਲ ਕਰ ਲੂ? ਚਲੋ, ਇਹ ਤਾਂ ਐਵੇਂ ਫੇਰ ਆਪਾਂ ਗੱਲ ਕਰਦੇ ਹਾਂ। ਜਿਹੜਾ ਪੀਰ ਮੁਹੰਮਦ ਸਾਹਿਬ ਸਤਿਕਾਰਯੋਗ ਨੇ, ਮੈਂ ਸ਼ਬਦ ਨਹੀਂ ਬੋਲਣਾ ਚਾਹੁੰਦਾ, ਪਰ ਆਪਾਂ ਜਾਣਦੇ ਹਾਂ ਸਾਰੇ ਗੱਲਾਂ ਤਾਂ ਯਾਰ ਵੀ ਜੇ ਸ਼੍ਰੋਮਣੀ ਕਮੇਟੀ ਜਾਊਗੀ ਤਾਂ ਸਾਡੀ ਸਰਕਾਰ ਨਹੀਂ ਜਾਊਗੀ। ਚਲੋ, ਹਾਂ ਨਵਦੀਪ ਸਿੰਘ ਜੀ ਦਾ। ਦੇਖੋ ਜੀ, ਕਹਿੰਦੇ ਹੁੰਦੇ ਨਾ ਆਪਦੀ ਨਲਾਇਕੀ ਛਪਾਉਣ ਦੇ ਲਈ ਧਾਲੀਵਾਲ ਸਾਹਿਬ ਕਦੇ ਤਾਂ ਕੇਜਰੀਵਾਲ ਸਾਹਿਬ ਤੇ ਤੰਜ ਕੱਸੀ ਜਾਂਦੇ ਆ, ਸੀਏ ਜੇ ਅਸੀਂ ਵਿਰੋਧ ਕੀਤਾ। ਮੈਂ ਕਹਿੰਦਾ ਇੱਕ ਵੀ ਅੱਜ ਸਬੂਤ ਪੇਸ਼ ਕਰਦੇ ਹਨ, ਇੱਕ ਵੀ ਕੋਈ ਰਿਕਾਰਡਿੰਗ ਪੇਸ਼ ਕਰਦੇ ਹਨ ਉੱਥੇ ਚੈਨਲ ਤੇ ਤੁਹਾਡੇ ਥਰੂ, ਤੇ ਮੈਂ ਤੁਹਾਡੇ ਚੈਨਲ ਤੋਂ ਆਪਦੀ ਜਿਹੜੀ ਵਿਡਰਾਅ ਕਰ ਜੂੰਗਾ। ਦੂਜੀ ਗੱਲ, ਕਦੇ ਤਾਂ ਐਸਜੀਪੀਸੀ ਦਾ ਧੰਨਵਾਦ ਕਰੀ ਜਾਂਦੇ ਆ। ਅਸੀਂ ਜਿਹੜਾ ਡਾਟੇ ਦੀ ਗੱਲ ਕਰਦੇ ਆ, ਅਸੀਂ ਕੋਈ ਸਰਕਾਰ ਚਲੋ ਸਾਡੀ ਹੁਣ 2 ਵਾਰ ਬਣੀ ਹੈ ਦਿੱਲੀ ਦੇ ਵਿੱਚ, ਅਸੀਂ ਜਿਹੜਾ ਗੱਲ ਕਰ ਰਹੇ ਡਾਟਿਆਂ ਦੀ ਕਿ ਅਸੀਂ 1980 ਤੋਂ ਕਰ ਰਹੇ ਹਾਂ ਵੀ ਇੰਨੀ ਗਿਣਤੀ ਕਿਵੇਂ ਘਟ ਰਹੀ ਜਾਂ ਕਿੱਦਾਂ ਘਟ ਰਹੀ ਹੈ। ਦੇਖੋ, ਦੂਜੀ ਗੱਲ, ਇਹ ਸਰਕਾਰ ਦੀਆਂ ਨਲਾਇਕੀਆਂ ਹੁੰਦੀਆਂ। ਤੁਸੀਂ ਕਦੇ ਅਮਰੀਕਾ ਦੇ ਜਿਹੜੇ ਉਹਨਾਂ ਦੇ ਕੰਟਰੀ ਦੇ ਵਿੱਚੋਂ ਕਿਤੇ ਬੈਠੇ ਆ ਉੱਥੇ ਬਿਸ਼ਨੇਤੇ, ਕੁਝ ਹੱਥ ਝਾਕ ਕੇ ਦੇਖਿਓ ਉਹਨਾਂ ਵੱਲ, ਜਾਂ ਰੂਸ ਦੇ ਬਿਸ਼ਨੇਤੇ ਬੈਠੇ। ਪਰ ਇੱਥੇ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਸੀ, ਜਿਹੋ ਜੀ ਜੈਸੀ ਕਰਨੀ ਵੈਸੀ ਭਰਨੀ। ਦੇਖੋ, ਸਾਡੇ ਜਿਹੜੇ ਸਿੱਖ ਬੈਠੇ ਜਾਂ ਹਿੰਦੂ ਭਰਾ ਬੈਠੇ ਆ, ਉਹਨਾਂ ਤੇ ਤਸ਼ੱਦਦ ਹੁੰਦੇ ਆ, ਸਾਡਾ ਦਿਲ ਦੁਖਦਾ ਹੈ। ਪਰ ਬੀਜੇਪੀ ਦਾ ਕੀ ਰੋਲ ਹੈ ਸਾਡੇ ਹਿੰਦੁਸਤਾਨ ਦੇ ਵਿੱਚ? ਦੇਖ ਲਓ, ਇਹ ਤਾਂ ਰਾਜਨੀਤੀ ਇਸੇ ਤਰ੍ਹਾਂ ਦੀ ਕਰਦੇ ਆ, ਕਦੇ ਮੁਸਲਿਮ ਤੇ ਅਟੈਕ ਕਰਵਾਉਂਦੇ ਆ, ਕਦੇ ਕਿਤੇ ਅਟੈਕ ਕਰਵਾਉਂਦੇ ਆ। ਸੋ ਬੜਾ ਦੁੱਖ ਹੈ। ਮੈਂ ਗੱਲ ਹੋਰ ਕਹਿਣਾ, ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ। ਉਹਨਾਂ ਦਾ ਕਦੇ ਕੋਈ ਗੱਲਬਾਤ ਇਹ ਕੋਈ ਗੱਲਬਾਤ ਮੇਰੇ ਕੋਲੇ ਪ੍ਰੂਫ ਹੈ, ਮੈਂ ਤੁਹਾਨੂੰ ਮੇਰਾ ਫੋਨ ਲੱਗਿਆ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ। ਅੱਜ ਦੱਸਦੇ ਆ ਅਸੀਂ ਗੱਲ ਕਰਦੇ ਦੇਸ਼ ਆਜ਼ਾਦ ਹੋਣ ਤੋਂ ਬਾਅਦ। ਤਾਲੀਵਾਲ ਸਾਹਿਬ ਇੱਕ ਮਿੰਟ, ਤਾਲੀਵਾਲ ਸਾਹਿਬ ਸੁਣ ਲਈਏ, ਤਾਲੀਵਾਲ ਸਾਹਿਬ ਸੁਣ ਲਈਏ। ਤਾਲੀਵਾਲ ਸਾਹਿਬ, ਅੱਜ ਮੈਂ ਰੋਲਾ ਨਹੀਂ ਚਾਹੁੰਦਾ, ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਦੀ ਰਹੀ ਹੈ, ਜੇਕਰ ਸੈਂਟਰ ਦੀਆਂ ਸਰਕਾਰਾਂ ਵਿੱਚ ਦਮ ਹੋਵੇ ਤਾਂ ਕਿਸੇ ਕੰਟਰੀ, ਛੋਟੇ ਮੋਟੇ ਕੰਟਰੀ, ਤਾਲਿਬਾਨ ਕਿਹੜੇ ਕੰਟਰੀ ਹੈ? ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ, ਕਿੰਨੀ ਕੁ ਨਦੀ ਨਹੀਂ। ਤੁਸੀਂ ਇੱਕ ਮਿੰਟ, ਮਿਸਟਰ ਜੀਦਾ ਪ੍ਰੈਸ ਮਨਜੀਤ ਸਿੰਘ ਦੀ ਗੱਲ, ਪ੍ਰੈਸ ਮਨਜੀਤ ਸਿੰਘ ਦੀ ਗੱਲ, ਨਵਦੀਪ ਸਿੰਘ ਜੀਦਾ ਪ੍ਰੈਸ ਮਨਜੀਤ ਸਿੰਘ ਦੀ ਗੱਲ ਨੂੰ ਤੁਸੀਂ ਸਪੋਰਟ ਕਰਦੇ ਪਏ। ਤੁਸੀਂ ਇਹ ਕਹਿ ਰਹੇ ਹੋ ਕਿ ਰਿਫਲੈਕਸ਼ਨ ਹੈ, ਇਹ ਜੋ ਦੇਸ਼ ਵਿੱਚ ਹੋ ਰਿਹਾ ਉਹਦੀ ਰਿਫਲੈਕਸ਼ਨ ਹੈ, ਸਾਨੂੰ ਬਾਹਰਲੇ ਮੁਲਕਾਂ 'ਚ ਮਿਲਦੀ ਪਈ ਹੈ। ਨਵਦੀਪ ਸਿੰਘ ਜੀਦਾ, ਤਾਲੀਵਾਲ ਸਾਹਿਬ ਇੱਕ ਮਿੰਟ, ਤਾਲੀਵਾਲ ਸਾਹਿਬ ਇੱਕ ਮਿੰਟ ਸਰ ਆ ਰਿਹਾ, ਤਾਲੀਵਾਲ ਸਾਹਿਬ ਇੱਕ ਮਿੰਟ, ਨਵਦੀਪ ਸਿੰਘ ਜੀਦਾ ਇੱਕ ਮਿੰਟ, ਤਾਲੀਵਾਲ ਸਾਹਿਬ ਪਲੀਜ਼ ਇੱਕ ਮਿੰਟ ਪਲੀਜ਼, ਕੁਲਦੀਪ ਧਾਲੀਵਾਲ, ਨਵਦੀਪ ਸਿੰਘ ਜੀਦਾ ਇੱਕ ਮਿੰਟ ਪਲੀਜ਼ ਰੁਕ ਜਾਓ, ਇੱਕ ਮਿੰਟ ਰੁਕ ਜਾਓ, ਇੱਕ ਮਿੰਟ। ਤੁਸੀਂ ਸ਼ਾਂਤੀ ਰੱਖੋਗੇ ਤਾਂ ਮੈਂ, ਤੁਸੀਂ ਸ਼ਾਂਤੀ ਰੱਖੋਗੇ ਤਾਂ ਆਪਾਂ ਡਿਬੇਟ ਅੱਗੇ ਤੁਰਾਂਗੇ ਨਾ। ਏਦਾਂ ਨਾ ਕਰੋ ਪਲੀਜ਼।
ਬੀਜੇਪੀ ਇਦਾਂ ਨਾ ਕਰੋ, ਇਦਾਂ ਨਾ ਕਰੋ। ਇੱਕ ਮਿੰਟ ਨਵਦੀਪ ਸਿੰਘ ਜੀਦਾ, ਇੱਕ ਮਿੰਟ ਸਰ, ਤੁਸੀਂ ਬਿਨਾਂ ਬ੍ਰੇਕ ਤੋਂ ਚੱਲਦੇ ਪਏ। ਜੀਦਾ ਸਾਹਿਬ ਸੁਣ ਲਓ ਨਾ, ਜੀਦਾ ਸਾਹਿਬ ਸੁਣ ਲਓ ਨਾ, ਤੁਸੀਂ ਬਿਨਾਂ ਬ੍ਰੇਕ ਤੋਂ ਚੱਲਦੇ ਪਏ। ਜੀਦਾ ਸਾਹਿਬ, ਤੁਹਾਨੂੰ ਲੱਗਦਾ ਕਿ ਰਾਜ ਸਭਾ ਮੈਂਬਰ ਹਰਭਜਨ ਸਿੰਘ ਦਾ ਇਹ ਬਿਆਨ ਪੂਰਾ ਹੈ ਜਾਂ ਇਹ ਅਧੂਰਾ ਜੋ ਪ੍ਰੋਫੈਸਰ ਮਨਜੀਤ ਸਿੰਘ ਗੱਲ ਕਹਿ ਰਹੇ ਆ? ਜਦੋਂ ਤੁਸੀਂ ਉਹਨਾਂ ਦੀ ਮੇਰੀ ਗੱਲ ਸੁਣੋ ਜੀ, ਜਿਹੜਾ ਹਰਭਜਨ ਸਿੰਘ ਜੀ ਨੇ ਬੋਲਿਆ ਤਾਂ ਉੱਥੋਂ ਉਹਨਾਂ ਨੂੰ ਕੀ 3 ਮਿੰਟ ਦਾ ਸਮਾਂ ਦਿੱਤਾ ਗਿਆ, 3 ਮਿੰਟ ਬਾਅਦ ਉਹਨਾਂ ਨੂੰ ਰੋਕ ਦਿੱਤਾ ਗਿਆ। ਨਹੀਂ, ਉਹਨਾਂ ਨੇ ਪੂਰੀ ਗੱਲ ਰਾਜ ਸਭਾ ਦੇ ਵਿੱਚ ਜਿਹੜੀ ਰੱਖਣੀ ਸੀਗੀ ਵੀ ਕਿੱਥੋਂ ਗੱਲ ਸ਼ੁਰੂ ਹੋ ਗਈ, ਕਿੱਥੇ ਸਟਾਰਟ ਹੋ ਗਈ, ਕੇਂਦਰ ਸਰਕਾਰ ਦੀਆਂ ਕੀ ਨਲਾਇਕੀਆਂ। ਤੁਸੀਂ ਖੁਦ ਚੈੱਕ ਕਰ ਸਕਦੇ ਹੋ। ਜਿਹੜੇ ਹਰਭਜਨ ਸਿੰਘ ਜੀ ਜਿਹੜੇ ਉੱਥੇ ਬੋਲਿਆ ਨੂੰ 3 ਮਿੰਟ ਦਾ ਸਮਾਂ। ਚਲੋ ਇੱਕ ਮਿੰਟ ਕੁਲਦੀਪ ਧਾਲੀਵਾਲ ਸੋ ਜਿੰਨੀ ਗੱਲ ਉਹ ਰੱਖ ਸਕੇ ਜੀਦਾ ਜੀ ਇੱਕ ਮਿੰਟ ਬੜੀ ਤਾਕਤ ਦੇ ਨਾਲ ਗੱਲ ਰੱਖੀ ਹੈ ਔਰ ਸੈਂਟਰ ਸਰਕਾਰ ਨੂੰ ਇੱਕ ਮਿੰਟ ਜੀਦਾ, ਇੱਕ ਮਿੰਟ ਧਾਲੀਵਾਲ ਸਾਹਿਬ, ਕੁਲਦੀਪ ਧਾਲੀਵਾਲ ਇਹ ਸਾਰੀਆਂ ਪਾਰਟੀਆਂ ਜਾਂ ਸਾਰੀਆਂ ਧਿਰਾਂ ਇਹ ਸਵਾਲ ਚੁੱਕਦੀਆਂ ਪਈਆਂ ਕਿ ਘੱਟ ਗਿਣਤੀ ਇੱਥੇ ਅਸੁਰੱਖਿਅਤ ਮਹਿਸੂਸ ਕਰਦੀ ਹੈ, ਉਹਦਾ ਅਸਰ ਆ ਜਿਹੜਾ ਸਾਨੂੰ ਬਾਹਰਲੇ ਮੁਲਕਾਂ 'ਚ ਮਿਲਦਾ। ਕੁਲਦੀਪ ਧਾਲੀਵਾਲ, ਤੁਸੀਂ ਇਹਨਾਂ ਨੂੰ ਕੀ ਜਵਾਬ ਦਿਓਗੇ? ਏਪੀ ਇਹ ਗੱਲਾਂ ਜਿਹੜੀਆਂ ਇਹ ਸਾਰਾ ਤੁਸੀਂ ਵੀ ਜਾਣਦੇ ਵਾਰ-ਵਾਰ ਦਰਸ਼ਕਾਂ ਦੇ ਸਾਹਮਣੇ ਤੁਸੀਂ ਜਿਹੜੀ ਗੱਲ ਰੱਖਣੀ ਚਾਹੁੰਦੇ ਹੋ ਨਾ, ਇਹ ਕੱਲ ਦਾ ਮੁੱਦਾ ਹੈ। ਉਹ ਫੈਸਲਾ ਜਵਾਬ ਦੇ ਚੁੱਕੇ ਆ। ਉਹ ਸਦੀਆਂ ਤੋਂ ਹੁੰਦਾ ਆਇਆ। ਉਹ ਜਹਾਜ਼ ਦਾ ਮੁੱਦਾ, ਗਜਵੇ ਹਿੰਦ ਦਾ ਮੁੱਦਾ ਹੈ। ਇਸ ਗੱਲ ਤੇ ਮੇਰੇ ਨਾਲ ਡਿਬੇਟ ਰੱਖ ਲਓ ਜਿੱਥੇ ਮਰਜ਼ੀ, ਸਾਰੇ ਪੈਨਲਿਸਟ ਨੂੰ ਬੁਲਾ ਲਓ, ਮੈਂ ਇਕੱਲਾ ਡਿਬੇਟ ਕਰੂੰਗਾ ਇਸ ਗੱਲ ਤੇ, ਕਿਉਂਕਿ ਮੈਂ ਗਜਵੇ ਹਿੰਦ ਪੜ੍ਹਿਆ। ਚਲੋ ਮੈਨੂੰ ਕੁਲਦੀਪ ਧਾਲੀਵਾਲ ਮੈਨੂੰ ਦੱਸ ਦਿਓ। ਕੁਲਦੀਪ ਧਾਲੀਵਾਲ ਇਹੋ ਜਿਹੇ ਮੁੱਦੇ ਹੋ ਤਾਂ ਹੀ ਕਰਕੇ ਸਾਨੂੰ ਇੱਕ ਮਿੰਟ ਜੀਦਾ ਜੀ ਇੱਕ ਮਿੰਟ ਪ੍ਰੋਫੈਸਰ ਮਨਜੀਤ ਸਿੰਘ ਇੱਕ ਮਿੰਟ। ਕੁਲਦੀਪ ਧਾਲੀਵਾਲ ਰੁਕ ਜਾਓ, ਪ੍ਰੋਫੈਸਰ ਮਨਜੀਤ ਸਿੰਘ ਇੱਥੋਂ ਦੀ ਸਿਆਸਤ ਨੂੰ ਸਮਝ ਹੈਗੀ ਹੈ ਇਹ ਸਾਰੀ ਕਿ ਉੱਥੇ ਘੱਟ ਗਿਣਤੀ ਅਸੁਰੱਖਿਅਤ ਕਿਉਂ ਮਹਿਸੂਸ ਕਰਦੀ? ਪ੍ਰੋਫੈਸਰ ਮਨਜੀਤ ਸਿੰਘ, ਪਹਿਲਾ ਸਵਾਲ ਇਹ ਹੈ। ਦੂਜਾ ਸਵਾਲ ਇਹ ਜਿਹੜਾ ਗੱਲ ਤੁਸੀਂ ਕਹਿ ਰਹੇ ਹੋ ਕਿ ਇੱਥੋਂ ਰਿਫਲੈਕਸ਼ਨ ਉੱਥੇ ਦਿਖਦਾ, ਪ੍ਰੋਫੈਸਰ ਮਨਜੀਤ ਸਿੰਘ ਸਾਰਾ ਰਿਫਲੈਕਸ਼ਨ ਹੀ ਦਿਖੀ ਜਾਊਗਾ। ਇਹਨਾਂ ਦੀ ਸਰਕਾਰ ਤਾਂ ਹੋਣਾ ਹੀ ਹੈ। ਕਿੰਨੇ ਸਾਲਾਂ ਤੋਂ ਉੱਥੇ ਹਮਲੇ ਹੁੰਦੇ ਪਏ ਪ੍ਰੋਫੈਸਰ ਮਨਜੀਤ ਸਿੰਘ, ਇਹ ਅੱਜ ਨਵਾਂ ਤਾਂ ਨਹੀਂ ਹੋਇਆ? ਨਹੀਂ, ਇਹ ਗੱਲ ਤਾਂ ਠੀਕ ਹੈ। ਮੈਂ ਨਹੀਂ ਇਹ ਕਹਿੰਦਾ ਕਿ ਉੱਥੇ ਦੀ ਆਪਣੀਆਂ ਲੋਕਲ ਹਾਲਾਤ ਨਹੀਂ ਹੈਗੇ। ਮੈਂ ਤੇ ਇਹੀ ਗੱਲ ਕਹਿ ਰਿਹਾ ਕਿ ਉੱਥੇ ਇੱਕ ਇਹੋ ਜਿਹੇ ਹਾਲਾਤ ਸਿਸਟੇਮੈਟਿਕਲੀ ਅਮਰੀਕਨ ਸਪੋਰਟ ਦੇ ਨਾਲ ਰਸ਼ੀਅਨਜ਼ ਨੂੰ ਕੱਢਣ ਲਈ ਪੈਦਾ ਕੀਤੇ ਗਏ, ਜਿਨ੍ਹਾਂ ਦਾ ਭੁਗਤਾਨ ਅਸੀਂ ਵੀ ਕਰ ਰਹੇ ਹਾਂ। ਇੰਡੀਆ ਦੇ ਹਿੰਦੂ, ਸਿੱਖ ਜਾਂ ਘੱਟ ਗਿਣਤੀਆਂ ਉੱਥੇ ਕਰ ਰਹੀਆਂ। ਉੱਥੇ ਉਹ ਜਾਣਬੁੱਝ ਕੇ ਹੁਣ ਵੀ ਕਦੀ ਇਹ ਕਿਵੇਂ ਹੋ ਸਕਦਾ ਕਿ ਉੱਥੋਂ ਦੀ ਜਿਹੜੀ ਹੁਣ ਸਰਕਾਰ ਹੈ, ਜਿਹੋ ਜੀ ਸਰਕਾਰ ਆਪਾਂ ਜਾਣਦੇ ਕਿਹੋ ਜੀ ਆ, ਉਹਨਾਂ ਨਾਲ ਸਮਝੌਤਾ ਕਰਕੇ ਉਹਨਾਂ ਨੂੰ ਪਾਵਰ ਦੇ ਕੇ ਗਏ ਔਰ ਆਪ ਵਿੱਚੇ ਛੱਡ ਕੇ ਨਹੀਂ ਪ੍ਰੋਫੈਸਰ ਮਨਜੀਤ ਸਿੰਘ ਇਦਾਂ ਵੀ ਹੋ ਸਕਦਾ। ਪ੍ਰੋਫੈਸਰ ਮਨਜੀਤ ਸਿੰਘ ਇੱਕ ਮਿੰਟ ਸੁਣ ਲਓ। ਪ੍ਰੋਫੈਸਰ ਮਨਜੀਤ ਸਿੰਘ, ਹੋ ਸਕਦਾ ਤਾਲਿਬਾਨ ਇਸ ਤੋਂ ਪਹਿਲਾਂ ਕੁਝ ਹੋਰ ਸੋਚਦਾ ਹੋਵੇ, ਪਰ ਜਦੋਂ ਹਕੂਮਤ ਉਹਨਾਂ ਕੋਲੇ ਆਈ ਹੈ, ਇਸਲਾਮਿਕ ਸਟੇਟ ਉਹਨਾਂ ਨੂੰ ਕਮਜ਼ੋਰ ਕਰਨ ਲਈ ਇਹੋ ਜਿਹੇ ਹਮਲੇ ਕਰਦਾ ਪਿਆ ਹੋਵੇ। ਪ੍ਰੋਫੈਸਰ ਮਨਜੀਤ ਸਿੰਘ, ਅਸੀਂ ਇਸ ਐਂਗਲ ਤੇ ਕਿਉਂ ਨਹੀਂ ਸੋਚਦੇ? ਨਹੀਂ, ਇਹ ਠੀਕ ਹੈ ਤੁਹਾਡੀ ਕਿ ਇੱਕ ਮਿੰਟ ਕੁਲਦੀਪ ਧਾਲੀਵਾਲ ਇੱਕ ਮਿੰਟ ਪਲੀਜ਼, ਇੱਕ ਮਿੰਟ ਮਿਸਟਰ ਧਾਲੀਵਾਲ ਇੱਕ ਮਿੰਟ ਪਲੀਜ਼, ਮਿਸਟਰ ਧਾਲੀਵਾਲ ਇੱਕ ਮਿੰਟ ਪਲੀਜ਼, ਕੁਲਦੀਪ ਧਾਲੀਵਾਲ ਇੱਕ ਮਿੰਟ ਪਲੀਜ਼। ਗੱਲ ਇਹ ਹੈਗੀ ਹੈ ਕਿ ਦੇਖੋ, ਬੜਾ ਸਵਾਲ ਬੜਾ ਸਾਫ਼ ਆ ਕਿ ਅਸੀਂ ਸੈਕੂਲਰ ਪੋਲਿਟਿਕਸ ਕਰਨੀ ਆ ਜਾਂ ਅਸੀਂ ਘੱਟ ਗਿਣਤੀ ਤੇ ਬਹੁ ਗਿਣਤੀ ਵਾਲੀ ਪੋਲਿਟਿਕਸ ਕਰਨੀ ਆ। ਮੈਂ ਤੇ ਫਿਰ ਇਹ ਕਹਿਣਾ ਕਿ ਜੇ ਅਸੀਂ ਆਪਣੇ ਦੇਸ਼ ਦੇ ਵਿੱਚ ਬਹੁ ਗਿਣਤੀ ਘੱਟ ਗਿਣਤੀ ਵਾਲੀ ਰਾਜਨੀਤੀ ਕਰਾਂਗੇ, ਫਿਰਕਾ ਪ੍ਰਸਤੀ ਵਾਲੀ ਰਾਜਨੀਤੀ ਕਰਾਂਗੇ, ਤੇ ਉਹਦਾ ਅਸਰ ਉੱਥੇ ਹੋਊਗਾ। ਇਹ ਨਹੀਂ ਕਿ ਤੁਹਾਡੇ ਕਰਕੇ ਹੋ ਰਿਹਾ, ਅਸਰ ਉਹਨਾਂ ਦੇ ਆਪਣੇ ਅੰਦਰੂਨੀ ਕਾਰਨਾਂ ਕਰਕੇ ਵੀ ਹੈਗਾ। IS ਜੋ ਵੀ ਹੈ ਉਹਨਾਂ ਨੂੰ ਆਪਾਂ ਹੈਗਾ ਆ, ਪਰ ਆਪਾਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਰੋਕਾਂਗੇ? ਬਈ ਅਸੀਂ ਤੇ ਫਿਰ CAA ਬਣਾਵਾਂਗੇ ਵੀ ਆ ਜਾਓ ਬਈ ਆਪਾਂ ਧਰੂਵੀਕਰਨ ਪੂਰਾ ਹੀ ਕਰ ਲਈਏ। ਨਾ ਪਾਕਿਸਤਾਨ 'ਚ ਕੋਈ ਹਿੰਦੂ ਸਿੱਖ ਰਹੇ, ਨਾ ਅਫਗਾਨਿਸਤਾਨ 'ਚ ਰਹੇ, ਨਾ ਕੋਈ ਬੰਗਲਾਦੇਸ਼ 'ਚ ਰਹੇ, ਫਿਰ ਵੇਖੋ ਅਸੀਂ ਇੱਥੇ ਹਿੰਦੂ ਰਾਸ਼ਟਰ ਪੱਕਾ ਕਰਾਂਗੇ ਤੇ ਫਿਰ ਇੱਥੇ ਫਟਾਫਟ ਬੋਲੋ ਪਲੀਜ਼। ਮੈਂ ਬਰਾੜ ਸਾਹਿਬ ਇੱਕ ਗੱਲ ਪੁੱਛਣੀ ਚਾਹਣਾ। ਮੈਂ ਸਿੱਖ ਹਾਂ, ਕੀ ਮੈਨੂੰ ਸੈਕੂਲਰ ਦੇ ਸਰਟੀਫਿਕੇਟ ਦੀ ਜ਼ਰੂਰਤ ਹੈ? ਮੇਰਾ ਧਰਮ ਕਹਿੰਦਾ ਮਾਨਸ ਕੀ ਜਾਤ ਸਭੇ ਏਕੇ ਪਹਿਚਾਣ ਦੋ। ਸਾਹਮਣੇ ਆਪਣੇ ਹਿੰਦੂ ਬੈਠਾ ਹੈ, ਉਹਦਾ ਧਰਮ ਕਹਿੰਦਾ ਵਾਸੂਦੇਵ ਕੁਟੁੰਬਕਮ, ਉਹਨੂੰ ਕੋਈ ਸੈਕੂਲਰਿਜ਼ਮ ਦੇ ਸਰਟੀਫਿਕੇਟ ਦੀ ਜ਼ਰੂਰਤ ਹੈ? ਇੱਕ ਤਾਂ ਸਾਡੇ ਸਾਹਮਣੇ ਇੱਕ ਹੋਰ ਧਰਮ ਵਾਲਾ ਬੈਠਾ ਜਿਹੜਾ ਕਹਿੰਦਾ ਸਾਹਮਣੇ ਬੈਠਾ ਜਿਹੜਾ ਬੰਦਾ ਹੈਗਾ ਉਹ ਕਾਫਰ ਹੈ, ਚੋਰ ਹੈ, ਉਹਦੇ ਤੇ ਸੈਕੂਲਰਿਜ਼ਮ ਦਾ ਕਾਨੂੰਨ ਚਾਹੀਦਾ। ਉਹਨੂੰ ਤਾਂ ਤੁਸੀਂ ਪੈਰਲਲ ਲਾਅ ਦੇਤਾ ਹਿੰਦੁਸਤਾਨ ਦੇ ਵਿੱਚ, ਸਾਡੇ ਗੱਲ 'ਚ ਪੱਟੇ ਪਾਈ ਬੈਠੇ ਹੋ, ਫਿਰ ਕਹਿੰਦੇ ਹੋ ਜਿਹੜਾ ਧਰੂਵੀਕਰਨ ਹੋ ਗਿਆ। ਮੈਂ ਆ ਰਿਹਾ ਵਾਪਸ ਜਿਹਦੇ ਤਹਿਤ ਮੁਲਕ ਬਣ ਗਿਆ ਪਾਕਿਸਤਾਨ ਸਿੰਧ ਦੇ ਉੱਤੇ,
ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਹਦਾ ਜ਼ਿਕਰ चलो मैं एक मिनट आ रहा है, एक मिनट आ रहे एक मिनट आ रहे हैं प्रसम जी से एक मिनट आ रहे हैं प्रसम जी से ਇੱਕ ਮਿੰਟ ਕੇਪੀ ਜੀ, ਮੈਂ ਇੱਕੋ ਦੋ ਲਾਈਨਾਂ 'ਚ ਕਹਿਣਾ, ਹਾਂ ਆਪਣਾ ਜਦੋਂ ਵੀ ਸਿੱਖਾਂ ਤੇ ਅਸੀਂ ਕਹਿੰਦੇ ਆ ਕਿ ਦੇਖੋ ਜੀ ਉਹਨਾਂ ਦੇ ਵਿੱਚ ਜਾਤ ਪਾਤ ਹੈਗੀ, ਕਿੱਥੇ ਜੀ ਸਾਡੇ ਦੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜਾਤ ਪਾਤ ਨਹੀਂ ਕੋਈ ਹੈ, ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨਬੋ। ਹੁਣ ਤੁਸੀਂ ਕੁਟੁੰਬਕਮ ਦੀ ਗੱਲ ਕਰ ਦਿੱਤੀ, ਵਾਸੂਦੇਵ ਕੁਟੁੰਬਕਮ ਦੀ, ਇਹ ਤੁਹਾਡੀਆਂ ਥੀਰੀਆਂ ਆ, ਵਿਚਾਰ ਆ, ਧਰਾਤਲ ਤੇ ਦੇਖੋ ਕੀ ਹੋ ਰਿਹਾ, ਹਾਂ ਕਿਵੇਂ ਮਾਰੇ ਜਾਂਦੇ ਚੱਕ ਚੱਕ ਕੇ ਬੰਦੇ ਜਿਹੜੇ ਮਰੀ ਗਾਂ ਤੋਂ ਚੁੱਕ ਕੇ ਲਿਜਾਂਦਾ, ਤੁਸੀਂ ਕਿਵੇਂ ਮਾਰ ਕੇ ਖਾ, ਇਹ ਗੱਲਾਂ ਕਰਨੀਆਂ ਸੌਖੀਆਂ। ਮੈਨੂੰ ਬ੍ਰੇਕ ਲੈ ਲੈਣ ਦਿਓ, ਬ੍ਰੇਕ ਲੈ ਲੈਣ ਦਿਓ ਪਲੀਜ਼, ਵਿੱਚ ਨਾ ਬੋਲੋ, ਮੈਨੂੰ ਬ੍ਰੇਕ ਲੈ ਲੈਣ ਦਿਓ, ਇੱਕ ਮਿੰਟ ਦੀ ਸ਼ਾਂਤੀ ਰੱਖੋ ਛੋਟੀ ਜੀ, ਥੋੜੀ ਸ਼ਾਂਤੀ ਰੱਖੋ, ਥੋੜੀ ਸ਼ਾਂਤੀ ਰੱਖੋ, ਆਪਾਂ ਤਾਂ ਹੀ ਗੱਲ ਕਰ ਸਕਾਂਗੇ। ਤੁਸੀਂ ਜਵਾਬ ਦਿਓ, ਤੁਹਾਡੇ ਕੋਲ ਜਵਾਬ ਲਿਆਂਗੇ। ਇਹੀ ਗੱਲ ਸਿੱਖੀ ਕੁਛ ਨਹੀਂ ਸਮਝ ਆਉਣਾ, ਕੁਛ ਨਹੀਂ ਸਮਝ ਆਉਣਾ। ਜਾਤ ਪ੍ਰਸਤੀ ਤੁਸੀਂ ਸਿੱਖਿਆ ਕਹਿੰਦੇ, ਜਾਤ ਪ੍ਰਸਤੀ ਨਹੀਂ ਹੈ ਸਿੱਖੀ ਦੇ ਵਿੱਚ, ਚਲੋ ਰਿਜ਼ਰਵੇਸ਼ਨ ਨਹੀਂ। ਮੈਨੂੰ ਇੱਕ ਬ੍ਰੇਕ ਲੈ ਲੈਣ ਦਿਓ, ਬ੍ਰੇਕ ਲੈ ਲੈਣ ਦਿਓ ਪਲੀਜ਼, ਇੱਕ ਬ੍ਰੇਕ ਲਓ ਵੀ ਪੀਸੀ ਵਾਲੇ, ਇੱਕ ਬ੍ਰੇਕ ਲਓ, ਬ੍ਰੇਕ ਤੋਂ ਵਾਪਸ ਆਉਂਦੇ, ਬ੍ਰੇਕ ਤੋਂ ਵਾਪਸ ਆ ਰਹੇ ਆ, ਬ੍ਰੇਕ ਲੈਣੀ ਪੈਣੀ ਆ। ਅਫਗਾਨ ਸਿੱਖਾਂ ਦਾ ਹਮਦਰਦ ਕੌਣ ਆ, ਤੁਹਾਡਾ ਸਵਾਲ ਇਹ ਸੀਗਾ, ਪਰ ਇਸ ਸਵਾਲ ਦੇ ਵਿਚਾਲੇ ਘੱਟ ਗਿਣਤੀ ਦੇ ਮੁੱਦੇ ਦੇ ਉੱਤੇ ਦੇਸ਼ ਵਿੱਚ ਕਿਹੋ ਜੀ ਪੋਲਿਟਿਕਸ ਹੋ ਰਹੀ ਹੈ, ਤੇ ਇਹ ਪੋਲਿਟਿਕਸ ਉੱਥੋਂ ਦੀ ਪੋਲਿਟਿਕਸ ਨੂੰ ਸਮਝ ਰਹੀ ਹੈ, ਉੱਥੋਂ ਦੇ ਹਾਲਾਤਾਂ ਨੂੰ ਸਮਝ ਰਹੀ ਹੈ। ਤੁਹਾਡਾ ਸਵਾਲ ਇਹ ਹੈ, ਵਾਪਸ ਆ ਰਹੇ ਹਾਂ। माननीय महोदय जी, मैं अफगानिस्तान में गुरुद्वारे और सिखों पर हो रहे हमले के बारे में बोलने के लिए खड़ा हुआ हूँ। ये एक सिख होने की पहचान पर हमला है। इस तरह के हमले हमें कई सवाल करने के लिए मजबूर कर देते हैं कि ये हमले हमारे ऊपर ही क्यों। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਅਸੀਂ ਇਹ ਪੁੱਛ ਰਹੇ ਹਾਂ, ਅਫਗਾਨਿਸਤਾਨ 'ਚ ਅਸੁਰੱਖਿਅਤ ਮਹਿਸੂਸ ਕਰ ਰਹੀ ਘੱਟ ਗਿਣਤੀ ਲਈ ਭਾਰਤ ਨੂੰ ਕੀ ਕਰਨ ਦੀ ਲੋੜ ਹੈ? ਪੀਰਮਲ ਸਾਹਿਬ ਅਫਗਾਨਿਸਤਾਨ ਵਿੱਚ ਘੱਟ ਗਿਣਤੀ ਅਸੁਰੱਖਿਅਤ ਹੈ? ਮੈਨੂੰ ਹਾਂ ਜਾਂ ਨਾ ਜਵਾਬ ਦਿਓ। ਬਿਲਕੁਲ ਦੇਸ਼ ਵਿੱਚ ਘੱਟ ਗਿਣਤੀ ਅਸੁਰੱਖਿਅਤ ਹੈ ਇੱਥੇ? ਬਿਲਕੁਲ ਜਿਸ ਤਰ੍ਹਾਂ ਦੇ ਇੱਕ ਮਿੰਟ ਪੀਰਮਲ ਸਾਹਿਬ, ਅਗਲਾ ਸਵਾਲ ਵੀ ਨਾਲ ਹੀ ਲੈ ਲਓ। ਤੁਸੀਂ ਕਿਹਾ ਬਿਲਕੁਲ, ਜਦੋਂ ਤੁਸੀਂ ਬੀਜੇਪੀ ਨਾਲ ਲੱਗ ਹੋਏ ਉਦੋਂ ਘੱਟ ਗਿਣਤੀ ਅਸੁਰੱਖਿਅਤ ਹੋਈ ਹੈ, ਪਹਿਲਾਂ ਨਹੀਂ ਸੀ? ਦੇਖੋ ਤੁਸੀਂ ਫਿਰ ਗੱਲ ਨੂੰ ਤੁਸੀਂ ਹਰ ਗੱਲ ਉਧਰ ਤੇ ਲੈਂਦੇ। ਅਸੀਂ ਇਹ ਗੱਲ ਕਹਿੰਦੇ ਆ ਕਿ ਜਦੋਂ ਇੱਕ ਚੋਣ ਸਮਝੌਤਾ, ਇੱਕ ਰਾਜਨੀਤਿਕ ਗੱਠਜੋੜ, ਜਦੋਂ ਇਹ ਮਹਿਸੂਸ ਹੋਇਆ ਕਿ ਆਹ ਕੁਝ ਜਿਹੜਾ ਸਾਡੇ ਨਾਲ ਗਲਤ ਹੋ ਰਿਹਾ ਤਾਂ ਉਹਦੇ ਤੋਂ ਅਸੀਂ ਪਿੱਛੇ ਹਟੇ ਆ, ਤੇ ਉਸ ਦਾ ਤੁਸੀਂ ਇਹ ਦੇਖੋ ਅੱਜ ਤੱਕ ਖਮਿਆਜਾ ਕਿੰਨਾ ਭੁਗਤਣਾ ਪੈ ਰਿਹਾ ਹੈ ਕਿ ਬੀਜੇਪੀ ਦੀ ਗਵਰਨਮੈਂਟ ਵੱਲੋਂ ਜੋ ਚੰਡੀਗੜ੍ਹ ਦੇ ਵਿੱਚ ਕੀਤਾ ਜਾ ਰਿਹਾ। ਆ ਹੁਣ ਪੀਜੀਆਈ ਵਾਲਾ ਤਾਜ਼ਾ ਮਸਲਾ ਦੇਖ ਲਓ, ਉੱਥੇ ਕੀ ਕਰ ਰਹੇ ਨੇ। ਇਹ ਜਿਹੜਾ ਰੋਜ਼ ਨਿਤਮਰ ਆ, ਮੈਂ ਧਾਲੀਵਾਲ ਸਾਹਿਬ ਨੂੰ ਕਹਾਂਗਾ ਕਿ ਐਵੇਂ ਨਾ ਤੁਸੀਂ ਗਰਮ ਹੋ ਜਾਇਆ ਕਰੋ, ਤੁਸੀਂ ਵੀ ਪੰਜਾਬ ਦੀ ਧਰਤੀ ਤੇ ਰਹਿੰਦੇ ਹੋ, ਇਹਦਾ ਜਿਹੜਾ ਪ੍ਰਭਾਵ ਹੈ ਤੁਹਾਡੇ ਤੇ ਵੀ ਉਹਨਾਂ ਪੈਣਾ। ਮੈਂ ਤੁਹਾਨੂੰ ਦਿੱਲੀ ਦੀ ਗੱਲ ਦੱਸ ਦਿੰਦਾ, ਦਿੱਲੀ ਦੇ ਵਿੱਚ ਜਦੋਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਹੋਈ ਹੈ, ਸਾਰਿਆਂ ਨੂੰ ਉਹਨਾਂ ਨੇ ਦਸਤਾਰ ਵੇਖੀ, ਕੌਰ ਤੇ ਸਿੰਘ ਵੇਖਿਆ ਤੇ ਕੜਾ ਦੇਖਿਆ, ਉਦੋਂ ਕਿਸੇ ਨੂੰ ਬਖਸ਼ਿਆ ਨਹੀਂਗਾ, ਤੇ ਪੰਜਾਬੀ ਬੋਲੀ ਨੂੰ ਦੇਖਿਆ। ਇਹ ਗੱਲ ਕਹਿਣੀ ਚਾਹੁੰਦਾ ਕਿ ਇੰਡੀਅਨ ਗਵਰਨਮੈਂਟ ਜਿਹੜੀ ਭਾਰਤ ਸਰਕਾਰ ਹੈ ਉਹਨੂੰ ਦੀ ਲੋੜ ਹੈ ਰਲ ਕੇ ਕਿ ਤੁਸੀਂ ਘੱਟ ਗਿਣਤੀ ਨਾਲ ਤੱਕ ਕਰਨਾ ਬੰਦ ਕਰੋ। ਠੀਕ ਹੈ। ਕੁਲਦੀਪ ਸਿੰਘ ਧਾਲੀਵਾਲ ਸਵਾਲ ਇਹ ਇੱਥੇ ਆ ਕੇ ਖੜਾ ਹੋਇਆ, ਤੁਸੀਂ ਜੇ ਸੰਜੀਦਗੀ ਨਾਲ ਇਸ ਸਵਾਲ ਨੂੰ ਸਮਝੋਗੇ ਤਾਂ ਵੀ ਜੇ ਇੱਥੇ ਘੱਟ ਗਿਣਤੀ ਨੂੰ ਵਧੀਆ ਤਰੀਕੇ ਨਾਲ ਰੱਖਿਆ ਜਾਊਗਾ ਤੇ ਉਹਦਾ ਅਸਰ ਹੈ ਪੂਰੀ ਦੁਨੀਆ ਵਿੱਚ ਜਾਊਗਾ। ਤੁਸੀਂ ਇਸ ਨਾਲ ਇਤਫਾਕ ਰੱਖਦੇ ਹੋ ਕਿ ਨਹੀਂ ਰੱਖਦੇ? ਪਹਿਲਾ ਸਵਾਲ ਇਹ। ਦੂਜਾ ਸਵਾਲ ਇਹ ਹੈ ਕਿ ਘੱਟ ਗਿਣਤੀ ਦਾ ਮੁੱਦਾ ਅਫਗਾਨਿਸਤਾਨ ਨਾਲ ਜੁੜਦਾ ਕਿਉਂ ਪਿਆ? ਇੱਥੋਂ ਦਾ ਤੇ ਉੱਥੋਂ ਦਾ ਮੁੱਦੇ ਦਾ ਬਹੁਤ ਫਰਕ ਹੈ। ਧਾਲੀਵਾਲ ਸਾਹਿਬ, ਕਿਉਂ ਜੁੜਦਾ ਪਿਆ? ਦੇਖੋ, ਪਹਿਲਾਂ ਤਾਂ ਕੇਪੀ ਜਿਹੜਾ ਸਾਡੇ ਦੇਸ਼ ਦਾ ਮਸਲਾ ਹੈ, ਸਾਡੇ ਦੇਸ਼ ਦੇ ਵਿੱਚ ਘੱਟ ਗਿਣਤੀਆਂ ਦਾ ਕੀ ਹਾਲ ਹੈ ਉਹ ਆਪਾਂ ਘੱਟ ਗਿਣਤੀ ਕਮਿਸ਼ਨ ਤੋਂ ਪਤਾ ਦੇਖ ਸਕਦੇ ਹਾਂ ਕਿ ਹੱਜ ਦੀਆਂ ਸਬਸਿਡੀਆਂ, ਹੱਜ ਦੇ ਟਰਮੀਨਲ ਸਾਰੀ ਦੁਨੀਆ 'ਚ ਸਿਰਫ ਭਾਰਤ ਦੇ ਵਿੱਚ ਹੈ, ਇਹ ਕਿਤੇ ਹੋਰ ਨਹੀਂ ਇੰਨਾ ਦਿੱਤਾ ਜਾਂਦਾ। ਔਰ ਦੂਜੀਆਂ ਸਾਰੀਆਂ ਘੱਟ ਗਿਣਤੀਆਂ ਖਤਮ ਹੈ, ਇੱਕ ਨੂੰ ਦਿੱਤਾ ਜਾਂਦਾ, ਦੂਜੇ ਭਾਵੇਂ ਅਸੀਂ ਨਨਕਾਣੇ ਜਾਣਾ ਹੋਵੇ ਸਾਨੂੰ ਨਹੀਂ ਕੁਝ ਮਿਲਦਾ, ਦੂਜਿਆਂ ਨੇ ਅਮਰਨਾਥ ਜਾਣਾ ਹੋਵੇ ਕੁਝ ਨਹੀਂ ਮਿਲਦਾ। ਔਰ ਜੇ ਇਹਨੂੰ ਤੁਸੀਂ ਕਹਿ ਰਹੇ ਹੋ ਵੀ ਇਹ ਪ੍ਰਤਾੜਨਾ ਹੈ, ਇਹਨੂੰ ਵੇਖ ਕੇ ਅਫਗਾਨਿਸਤਾਨ ਤੋਂ ਹੋ ਰਿਹਾ, ਤਾਂ ਮੈਨੂੰ ਲੱਗਦਾ ਤੁਸੀਂ ਜਰਨਲਿਜ਼ਮ ਜਿਹੜਾ ਹੈਗਾ ਨਾ ਆਪਦੀ ਨੂੰ ਥੋੜਾ ਝਾਤੀ ਮਾਰੋ ਵੀ ਕਿਹੜੇ ਹਿਸਾਬ ਨਾਲ ਤੁਸੀਂ। ਚਲੋ ਮੈਨੂੰ ਤਾਂ ਤੁਸੀਂ ਜੋ ਮਰਜ਼ੀ ਕਹਿ ਦਿਓ, ਮੈਨੂੰ ਜੋ ਮਰਜ਼ੀ ਕਹਿ ਦਿਓ, ਤੁਸੀਂ ਇਸਲਾਮਿਕ ਸਟੇਟ ਦੀਆਂ ਕਮੈਂਟਸ ਵੀ ਪੜ੍ਹ ਲਿਆ ਕਰੋ ਕੁਲਦੀਪ ਧਾਲੀਵਾਲ। ਮੇਰੀ ਜਰਨਲਿਜ਼ਮ ਤਾਂ ਇਹ ਕਹਿੰਦੀ ਹੈ ਕਿ ਸਾਰੇ ਪੱਖ ਰੱਖਣੇ ਜ਼ਰੂਰੀ ਹੈ, ਤੁਸੀਂ ਇਸਲਾਮਿਕ ਸਟੇਟ ਦਾ ਜ਼ਿਕਰ ਤੱਕ ਨਹੀਂ ਕਰਦੇ ਪਏ ਕੁਲਦੀਪ ਧਾਲੀਵਾਲ, ਕਿਉਂਕਿ ਉਹਨਾਂ ਨੇ ਸੁਣ ਲਓ ਨਾ ਕੁਲਦੀਪ ਧਾਲੀਵਾਲ, ਸੁਣ ਲਓ ਨਾ ਕੁਲਦੀਪ ਧਾਲੀਵਾਲ, ਸੁਣੋ ਕੁਲਦੀਪ ਧਾਲੀਵਾਲ, ਸੁਣੋ ਕੁਲਦੀਪ ਧਾਲੀਵਾਲ, ਸੁਣੋ ਕੁਲਦੀਪ ਧਾਲੀਵਾਲ, ਸੁਣੋ ਕੁਲਦੀਪ ਧਾਲੀਵਾਲ, ਸੁਣੋ। ਹੁਣ ਮੇਰੀ ਗੱਲ ਸੁਣੋ, ਕੀ ਤੁਹਾਨੂੰ ਦਾਰੁਲ ਹਰਬ ਦਾ ਪਤਾ? ਕੀ ਤੁਹਾਨੂੰ ਦਾਰੁਲ ਇਸਲਾਮ ਕੁਲਦੀਪ ਧਾਲੀਵਾਲ ਸੁਣ ਲਓ ਨਾ, ਕੁਲਦੀਪ ਧਾਲੀਵਾਲ ਸੁਣ ਲਓ, ਕੁਲਦੀਪ ਧਾਲੀਵਾਲ ਸੁਣ ਲਓ ਨਾ, ਪਤਾ ਨਹੀਂ ਕੁਲਦੀਪ ਸਵਾਲ ਕਰੀਏਗਾ ਮੈਨੂੰ, ਕੁਲਦੀਪ ਧਾਲੀਵਾਲ ਸੁਣ ਲਓ ਨਾ, ਕੁਲਦੀਪ ਧਾਲੀਵਾਲ ਸੁਣ ਲਓ ਨਾ, ਸੁਣ ਲਓ ਨਾ, ਹਰਬ ਕੀ ਹੈ?
ਕੁਲਦੀਪ ਧਾਲੀਵਾਲ ਸੁਣ ਲਓ ਨਾ, ਕੁਲਦੀਪ ਧਾਲੀਵਾਲ ਸੁਣ ਲਓ ਨਾ, ਧਾਲੀਵਾਲ ਸਾਹਿਬ ਤੁਸੀਂ ਕਿਵੇਂ ਕੰਪੇਅਰ ਕਰ ਦੋ? ਧਾਲੀਵਾਲ ਸਾਹਿਬ ਹੋ ਗਿਆ ਲੈਕਚਰ ਪੂਰਾ ਤੁਹਾਡਾ, ਧਾਲੀਵਾਲ ਸਾਹਿਬ ਲੈਕਚਰ ਪੂਰਾ ਹੋ ਗਿਆ ਤੁਹਾਡਾ, ਹੁਣ ਸੁਣ ਲਓ ਸਵਾਲ। ਇਸਲਾਮਿਕ ਸਟੇਟ ਦਾ ਕੋਈ ਰੋਲ ਨਹੀਂ ਹੈਗਾ ਤਾਲਿਬਾਨ ਸਰਕਾਰ ਹੋਣ ਤੋਂ ਬਾਅਦ, ਤੁਸੀਂ ਇਸ ਨੂੰ ਖਾਰਿਜ ਕਰ ਦਿਓ? ਮੇਰਾ ਸਿੱਧਾ ਸਵਾਲ ਹੈ ਮਿਸਟਰ ਤਾਲਿਬਾਨ। ਤਾਲਿਬਾਨ ਤੇ ਇਸਲਾਮਿਕ ਸਟੇਟ ਦੋਨੇ ਸ਼ਰਾ ਦੇ ਨਾਂ ਤੇ ਚੱਲਦੀਆਂ, ਔਰ ਸ਼ਰਾ ਲਾ ਦੇ ਵਿੱਚ ਠੀਕ ਕੋਈ ਵਜੂਦ ਨਹੀਂ ਕਿਸੇ ਹੋਰ ਦਾ, ਚਲੋ ਕੋਈ ਠੀਕ ਵਜੂਦ ਨਹੀਂ। ਤਾਂ ਤੁਸੀਂ ਇਹ ਕਹਿ ਰਹੇ ਹੋ ਤਾਲਿਬਾਨ ਤੇ ਇਸਲਾਮਿਕ ਸਟੇਟ ਇੱਕੋ ਪੇਜ ਤੇ ਹੈ, ਇਹ ਕਹਿ ਰਹੇ ਹੋ? ਸ਼ਰਾ ਲਾ ਤੇ ਚੱਲਦੀਆਂ, ਉੱਥੇ ਕੋਈ ਨਹੀਂ, ਭਾਵੇਂ ਇਸਲਾਮਿਕ ਆ ਜਾਣ ਤੇ ਭਾਵੇਂ ਦੂਜੇ ਆ ਜਾਣ, ਚਲੋ ਠੀਕ, ਦੂਜੀ ਕੋਈ ਧਰਮ ਨਹੀਂ ਉੱਥੇ ਵਜੂਦ ਨਹੀਂ ਰਹੂਗਾ। ਪ੍ਰਸਮਜੀਤ ਸਿੰਘ ਮੇਰੀ ਜਰਨਲਿਜ਼ਮ ਤੇ ਵੀ ਸਵਾਲ ਹੈ ਤੇ ਤੁਹਾਡੇ ਇਸ ਡਾਇਲੌਗ ਤੇ ਵੀ, ਇਸ ਕਮੈਂਟ ਤੇ ਵੀ ਸਵਾਲ ਹੈ ਕਿ ਘੱਟ ਗਿਣਤੀ ਦੇ ਮੁੱਦਿਆਂ ਨੂੰ ਤੁਸੀਂ ਉਧਰ ਜੋੜਦੇ ਪਏ ਹੋ, ਉਧਰ ਹਾਲਾਤ ਹੋਰ ਹੈ। ਇਸਲਾਮਿਕ ਸਟੇਟ ਤੇ ਤਾਲਿਬਾਨ ਦਾ ਵੱਖਰਾ ਇਸ਼ੂ ਨਹੀਂਗਾ, ਇਕੱਠਾ ਇਸ਼ੂ ਹੈ। ਪ੍ਰਸਮਜੀਤ ਸਿੰਘ ਬੋਲੋ, ਲਾਸਟ ਕਮੈਂਟ ਤੁਹਾਡਾ। ਨਹੀਂ ਮੈਂ ਦੇਖੋ ਇੱਕ ਗੱਲ ਸਮਝੀਏ, CAA ਨੂੰ ਅਸੀਂ ਉਦੋਂ ਵੀ ਸਮਝਿਆ ਸੀ ਵੀ ਇਹ ਡਿਸਕ੍ਰਿਮੀਨੇਟਰੀ ਆ, ਅੱਜ ਵੀ ਅਸੀਂ ਕਹਿ ਰਹੇ ਹਾਂ। ਇਹ ਕਹਿੰਦੇ ਕਿ ਬਾਹਰੋਂ ਹੋਰ ਕੋਈ ਪਰਤਾੜਿਆ ਜੇ ਮੁਸਲਮਾਨ ਇੱਥੇ ਆਵੇ ਤਾਂ ਉਹ ਨਹੀਂ ਰਹਿ ਸਕਦਾ, ਉਹ ਆਪਣੇ ਦੇਸ਼ 'ਚ ਰਵੇ। ਤੇ ਫਿਰ ਉਹ ਕਹਿੰਦੇ ਕਿ ਚੰਗਾ ਤੁਸੀਂ ਵੀ ਆਪਣੇ ਚੱਕੋ, ਫਿਰ ਜੇ ਤੁਸੀਂ ਸਿਟੀਜ਼ਨਸ਼ਿਪ ਉੱਥੋਂ ਪਰਤਾੜੇ ਹੋਏ ਲੋਕਾਂ ਨੂੰ ਨਹੀਂ ਦੇਣੀ, ਮੁਸਲਮਾਨਾਂ ਨੂੰ ਇੱਥੇ ਆਪਣੇ ਦੇਸ਼ ਦੇ ਅੰਦਰ, ਕੋਈ ਬੰਗਲਾਦੇਸ਼ੀ ਹੋਵੇ ਜਾਂ ਕੋਈ ਵੀ ਹੋਵੇ, ਜਾਂ ਉੱਥੋਂ ਆਏ ਹੁਣ ਮਿਆਂਮਾਰ ਚੋਂ, ਅਸੀਂ ਨਹੀਂ ਦੇ ਸਕਦੇ ਜੀ। ਉਹਨਾਂ ਨੂੰ ਤੁਸੀਂ ਚੱਕ ਕੇ ਵਾਪਸ ਭੇਜਣਾ, ਰੋਜ਼ ਆਪਾਂ ਕਮਿਸ਼ਨ ਬਣਾਉਂਦੇ ਆ, ਬਾਅਦ ਚ ਜਦ ਫਿਆਸਕੋ ਹੋਇਆ ਅਸਾਮ ਚ ਉਹ ਗੱਲ ਲੱਗ ਗਿਆ। ਉਹ ਲੋਕ ਇਸ ਨੂੰ ਸਮਝਦੇ ਆ ਕਿ ਇੱਥੇ ਆਉਣ ਵਾਲੇ ਸਮੇਂ 'ਚ ਜੇ ਹਿੰਦੂ ਰਾਸ਼ਟਰ ਹੀ ਬਣਨਾ ਤੇ ਭੇਜੋ ਉਹਨਾਂ ਨੂੰ ਵਾਪਸ। ਆਪਾਂ ਜੇ ਸੈਕੂਲਰ, ਜੋ ਤੁਸੀਂ ਕਾਂਸਟੀਟਿਊਸ਼ਨ ਦੀ ਗੱਲ ਕਰਦੇ ਆ, ਜੇ ਵਾਕਿਆ ਹੀ ਕਾਂਸਟੀਟਿਊਸ਼ਨ ਸੈਕੂਲਰ। ਇੱਕ ਮਿੰਟ ਤਾਲੀਵਾਲ ਸਾਹਿਬ, ਤਾਲੀਵਾਲ ਸਾਹਿਬ ਇੱਕ ਮਿੰਟ, 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 ਤਾਲੀਵਾਲ ਸਾਹਿਬ ਇੱਕ ਮਿੰਟ ਪਲੀਜ਼, ਤਾਲੀਵਾਲ ਸਾਹਿਬ ਨੂੰ ਮਿਊਟ ਕਰੋ ਪਲੀਜ਼, ਮਿਊਟ ਕਰੋ ਇਹਨਾਂ ਨੂੰ। ਹਾਂ ਪ੍ਰਸਮਜੀਤ ਇੱਕ ਮਿੰਟ, ਤਾਲੀਵਾਲ ਸਾਹਿਬ ਗੱਲ ਤਾਂ ਪੂਰੀ ਕਰਨ ਦਿਓ ਨਾ ਉਹਨਾਂ ਨੂੰ, ਤਾਲੀਵਾਲ ਸਾਹਿਬ ਗੱਲ ਤਾਂ ਪੂਰੀ ਕਰਨ ਦਿਓ ਨਾ। ਤਾਲੀਵਾਲ ਸਾਹਿਬ ਆਪਾਂ ਟਾਈਮ ਵੇਸਟ ਕਰਦੇ ਪਏ ਆ, ਪਲੀਜ਼ ਰੁਕ ਜਾਓ ਤਾਲੀਵਾਲ ਸਾਹਿਬ। ਹਾਂ ਪ੍ਰਸਮਜੀਤ ਸਿੰਘ ਬੋਲੋ। ਹੈਗੀ ਹੈ ਇਹ ਬੀਜੇਪੀ ਦੀ ਦਾਦਾਗਿਰੀ ਹੈ ਕਿ ਅਸੀਂ ਕਿਸੇ ਨੂੰ ਘੱਟ ਗਿਣਤੀ ਨੂੰ ਬੋਲਣ ਨਹੀਂ ਦੇਣਾ। ਹਾਂ ਆਹ ਗੱਲ ਹੈ ਤੁਹਾਡੀ, ਆਹ ਹੀ ਤੁਸੀਂ ਨਪੀੜ ਦੇ ਲਤਾੜਦੇ ਆ। ਨਹੀਂ ਪ੍ਰਸਮਜੀਤ ਸਿੰਘ ਆ ਡਿਸਕ੍ਰਿਮੀਨੇਟਰੀ ਹੈ। ਪ੍ਰਸਮਜੀਤ ਸਿੰਘ ਇੱਕ ਸਵਾਲ ਹੋਰ ਵੀ ਹੈ, ਆਵਾਜ਼ ਉੱਠਣ ਨਹੀਂ ਦੇਣੀ, ਤੁਹਾਡੀ ਨਹੀਂ ਉੱਠਣ ਦੇ ਰਹੇ। ਪ੍ਰਸਮਜੀਤ ਸਿੰਘ ਤੁਸੀਂ CAA ਨਾਲ ਇਹਨੂੰ ਜਾਣਬੁੱਝ ਕੇ ਤਾਂ ਨਹੀਂ ਜੋੜਦੇ ਪਏ ਇਸ ਇਸ਼ੂ? ਨਹੀਂ ਇਹ ਬੜੀ ਇੱਕ ਸੋਚੀ ਸਮਝੀ ਤੇ ਲੌਂਗ ਰਨ ਦੇ ਵਿੱਚ ਇੱਕ ਸਟ੍ਰੈਟਜੀ ਹੈ ਕਿ ਕੱਲ ਨੂੰ ਜਦੋਂ ਇੱਥੇ ਪੇਚ ਮਰੋੜਨਾ ਘੱਟ ਗਿਣਤੀ ਦਾ, ਖਾਸ ਕਰਕੇ ਮੁਸਲਮਾਨਾਂ ਦਾ, ਤਾਂ ਉੱਥੋਂ ਫਿਰ ਉਹਨਾਂ ਨੂੰ ਰਿਐਕਟ ਕਰਨਾ ਉਦੋਂ ਪਹਿਲਾਂ ਕਿ ਉੱਥੇ ਸਾਡਾ ਕੋਈ ਵੱਢ ਟੁੱਕ ਮਾਰਿਆ ਜਾਏ, ਉਹਨਾਂ ਨੂੰ ਪਹਿਲਾਂ ਹੀ ਇੱਥੇ ਲਿਆ ਕੇ ਵਸਾ ਲਓ। ਆਇਆ ਠੀਕ। ਨਵਦੀਪ ਜੀ ਦਾ ਘੱਟ ਗਿਣਤੀ ਅਸੁਰੱਖਿਅਤ ਹੈ ਇੱਥੇ ਦੇਸ਼ ਵਿੱਚ? ਬਿਲਕੁਲ ਜੀ, ਇਹਦੇ ਵਿੱਚ ਕੋਈ ਨਹੀਂਗਾ ਘੱਟ ਗਿਣਤੀ ਦੇ। ਦੇਖੋ ਮੈਂ ਪਹਿਲਾਂ ਵੀ ਇਹ ਗੱਲ ਕਹਿ ਕੇ ਹਟਿਆ ਕਿ ਜਿਹੜੀਆਂ ਸਾਡੀਆਂ ਪਾਲਿਸੀਜ਼ ਆ ਸੈਂਟਰ ਸਰਕਾਰ ਦੀਆਂ, ਜਾਂ ਸਾਡਾ ਸਿਸਟਮ ਹੈ ਦੇਸ਼ ਨੂੰ ਚਲਾਉਣ ਦਾ, ਉਹਦੇ ਵਿੱਚ ਕਿਤੇ ਨਾ ਕਿਤੇ ਸਾਰੀਆਂ ਗੱਲਾਂ ਸ਼ਾਮਲ ਹੁੰਦੀਆਂ ਹੈਗੀਆਂ, ਤਾਂ ਕਰਕੇ ਸਾਨੂੰ ਉਹ ਗੱਲਾਂ ਫੇਸ ਕਰਨੀਆਂ ਪੈਂਦੀਆਂ ਹੈਗੀਆਂ। ਸੋ ਦੂਜੀ ਗੱਲ ਕਹਿੰਦੇ ਹੁੰਦਾ ਸਵਾਰੀ ਆਪ ਦੀ ਸਮਾਨ ਦੀ ਆਪ ਜ਼ਿੰਮੇਵਾਰ ਆ, ਹੁਣ ਤਾਂ ਉਹ ਗੱਲ ਹੋਈ ਪਈ ਹੈ, ਕਿਉਂਕਿ ਅਸੀਂ ਕਿਸੇ ਕੰਟਰੀ ਟ੍ਰੀਟਰੀਜ਼ ਕਰਕੇ ਦੇਖਦੇ, UN ਦੀਆਂ ਗੱਲਾਂ ਵੀ ਦੇਖ ਲੀਆਂ ਕਿ ਕੋਈ ਕਿਸੇ ਕੰਟਰੀ ਤੇ ਅਟੈਕ ਨਹੀਂ ਕਰ ਸਕਦਾ। ਸੋ ਆਪਦੀ ਸਾਡਾ ਦੇਸ਼ ਹੀ ਐਡਾ ਤਾਕਤਵਰ ਹੋਣਾ ਚਾਹੀਦਾ ਕਿ ਸਾਡੇ ਜਿੱਥੇ ਵੀ ਕਿਤੇ ਪਿਛਲਦੇ ਉਹਨਾਂ ਕੋਲ ਕੋਈ ਦੇਖ ਨਾ ਸਕੇ। ਨਹੀਂ ਜੀਦਾ ਜੀ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਉੱਥੋਂ ਸਿੱਖਾਂ ਨੂੰ, ਹਿੰਦੂਆਂ ਨੂੰ ਵਾਪਸ ਨਾ ਲਿਆਂਦਾ ਜਾਵੇ, ਉੱਥੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ? ਮੈਂ ਕਦੇ ਇਹ ਗੱਲ ਨਹੀਂ ਕਹੂੰਗਾ ਜਿਹੜੇ ਆਉਣਗੇ ਸਾਡੇ ਪਿਛਲਦੇ ਆ, ਪਰ ਜਿਹੜੀ ਇਹ ਗੱਲ ਮੈਂ ਗੱਲ ਕਰਦਾ ਵੀ ਕਿੰਨੇ ਸਾਡੇ ਜਿਹੜੇ ਦੇਸ਼ ਹੈ, ਜੇ ਇਦਾਂ ਦਾ ਗੱਲ ਚੱਲ ਪਿਆ ਤਾਂ ਇਹਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਤਾਂ ਕਿ ਕਿਤੇ ਕੋਈ ਬਿਕਰੰਦਾ ਹੋਰ ਜਾ ਕੇ ਸ਼ਾਂਤੀਪੂਰਵਕ ਨਾ ਰਹਿ ਸਕੇ। ਇਹਦੇ ਪਿੱਛੇ ਤੁਹਾਡਾ ਦੇਸ਼ ਦਾ ਕੀ, ਤੁਹਾਡੀਆਂ ਟ੍ਰੀਟੀਜ਼ ਆ, ਤੁਹਾਡੇ ਦੇਸ਼ ਦੇ ਪੱਲੇ ਕੀ, ਮੈਂ ਪੰਜਾਬੀ ਚ ਗੱਲ ਕਹੂੰਗਾ, ਉਹਦੇ ਡਿਪੈਂਡ ਕਰਦਾ ਹੈ ਤੁਹਾਡੇ ਦੇਸ਼ ਦੀ ਆਪ ਦੀ ਤਾਕਤ ਕੀ ਕਹਿੰਦੀ ਹੈ, ਤੁਹਾਡੇ ਦੇਸ਼ ਦੀ ਪੋਲਿਟਿਕਸ ਕੀ ਕਹਿੰਦੀ ਹੈ। ਇਹ ਸਾਰੀਆਂ ਗੱਲਾਂ ਦਾ ਤੁਹਾਨੂੰ ਜਵਾਬ ਦੇਣਾ ਪੈਂਦਾ ਹੈ, ਇਸ ਕਰਕੇ ਸਾਨੂੰ ਗੱਲਾਂ ਕਰਨੀਆਂ ਪੈਂਦੀਆਂ। ਪ੍ਰਸਮਜੀਤ ਸਿੰਘ ਲਾਸਟ ਸਟੇਟਮੈਂਟ, ਇੰਡੀਆ ਕਰੇ ਕੀ ਹੁਣ ਮੈਨੂੰ ਦੱਸੋ ਨਾ? ਇੰਡੀਆ ਨੂੰ ਸਾਰਿਆਂ ਨੂੰ ਵਾਪਸ ਲਿਆਵੇ, ਸਾਰਿਆਂ ਲਈ ਹੱਥ ਖੋਲ ਕੇ ਬਹਿ ਜਾਵੇ, ਸਾਰਿਆਂ ਨੂੰ ਇੱਥੇ ਕੁਛ ਨਾ ਕੁਛ ਦਵੇ ਆ ਕੇ, ਕੀ ਕਰੇ ਇੰਡੀਆ ਦੱਸੋ ਮੈਨੂੰ? ਜੋ ਕਰਨਾ ਚਾਹੀਦਾ ਉਹ ਇਹਨਾਂ ਨੇ ਨਹੀਂ ਕਰਨਾ ਹੈ। ਕਰਨਾ ਤੇ ਇਹੋ ਚਾਹੀਦਾ ਕਿ ਸਹੀ ਮਾਨਿਆਂ 'ਚ ਇੱਥੇ ਧਰਮ ਨਿਰਪੱਖ ਰਾਜ ਕਾਇਮ ਰਹੇ, ਪਰ ਇਹ ਇਸ ਤਰ੍ਹਾਂ ਹੋ ਨਹੀਂ ਰਿਹਾ। ਜਿਸ ਕਿਸਮ ਨਾਲ ਅਯੁੱਧਿਆ 'ਚ ਮੰਦਿਰ ਦਾ ਸਾਰਾ ਕੀਤਾ ਗਿਆ ਔਰ ਜਿਵੇਂ CJI ਨੂੰ ਦੁਬਾਰਾ ਬਣਾਇਆ ਗਿਆ ਰਾਜ ਸਭਾ ਮੈਂਬਰ, ਇਹ ਜੱਗ ਜਾ ਰਿਹਾ ਕਿ ਹੋ ਕੀ ਰਿਹਾ ਇੱਥੇ ਤੇ ਕੀ ਘੱਟ ਗਿਣਤੀਆਂ ਇਸ ਗੱਲ ਨੂੰ ਦੇਖ ਨਹੀਂ ਦੀਆਂ। ਅੱਜ ਮੁਸਲਿਮ ਸਮੁਦਾਇ ਇੰਨਾ ਜ਼ਿਆਦਾ ਡਰਿਆ ਤੇ ਭੈ ਭੀਤਿਆ, ਉਹਨਾਂ ਨੂੰ ਸਮਝ ਨਹੀਂ ਆਉਂਦੀ ਸੀ ਅਸੀਂ ਕੀ ਕਰੀਏ। ਤੁਸੀਂ ਜਾ ਕੇ ਮਿਲ ਕੇ ਤੇ UP ਬਿਹਾਰ ਦੇ ਵਿੱਚ ਦੇਖੋ, ਇਹ ਡਰ ਚੁੱਕਣਾ ਚਾਹੀਦਾ। ਇੱਥੇ ਪਹਿਲਾਂ ਜਿਸ ਤਰੀਕੇ ਨਾਲ ਆਜ਼ਾਦੀ ਵੇਲੇ ਸਾਨੂੰ ਇੱਕ ਭਰੋਸਾ ਦਿੱਤਾ ਗਿਆ ਸੀ ਕਿ ਸਰਬ ਧਰਮ
ਬਰਾਬਰ ਹੋਣਗੇ, ਇੱਥੇ ਸਭ ਨੂੰ ਰਿਸਪੈਕਟ ਮਿਲੂਗੀ, ਉਹ ਰੀਇਨਸਟੇਟ ਹੋਣਾ ਚਾਹੀਦਾ। ਚਲੋ ਬਹੁਤ ਧੰਨਵਾਦ ਕੁਲਦੀਪ ਧਾਲੀਵਾਲ। ਹੁਣ ਵਕਤ ਹੈ ਨਹੀਂਗਾ, ਮਾਫ ਕਰਨਾ, ਤੁਹਾਨੂੰ ਵਕਤ ਮੈਂ ਦੇ ਦਿੰਦਾ, ਨਹੀਂ ਤਾਂ ਮੈਨੂੰ ਕੋਈ ਦਿੱਕਤ ਨਹੀਂ। ਤੁਸੀਂ ਮੇਰੇ ਜਲਦ ਤੇ ਸਵਾਲ ਚੁੱਕੇ, ਤੁਹਾਡਾ ਧੰਨਵਾਦ। ਪੀਰ ਅਹਿਮਦ ਦਾ ਤੁਹਾਡਾ ਬਹੁਤ ਧੰਨਵਾਦ। ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ। ਤੇ ਨਵਦੀਪ ਸਿੰਘ ਜੀ ਦਾ ਤੁਹਾਡਾ ਬਹੁਤ ਧੰਨਵਾਦ। ਘੱਟ ਗਿਣਤੀ ਤੇ ਕੀ ਸਿਆਸੀ ਗਿਣਤੀ ਮਿਣਤੀ ਹੋ ਰਹੀ ਹੈ? ਅਫਗਾਨ ਸਿੱਖਾਂ ਦਾ ਹਮਦਰਦ ਅਸਲ ਵਿੱਚ ਕੌਣ ਹੈਗਾ? ਉੱਥੇ ਜਿਹੜੀ ਘੱਟ ਗਿਣਤੀ ਹੈਗੀ ਉਹ ਅਸੁਰੱਖਿਅਤ ਮਹਿਸੂਸ ਕਰ ਰਹੀ ਹੈ, ਚਾਹੇ ਉਹ ਹਿੰਦੂ ਭਾਈਚਾਰਾ ਚਾਹੇ ਸਿੱਖ ਭਾਈਚਾਰਾ ਹੈਗਾ। ਅਫਗਾਨ ਸਿੱਖਾਂ ਦਾ ਹਮਦਰਦ ਕੌਣ ਹੈ? ਕਿਤੇ ਜਿਹੜਾ ਮੁੱਦਾ ਚੁੱਕਿਆ ਜਾ ਰਿਹਾ ਉਹਦੇ ਵਿੱਚ ਵੀ ਕੋਈ ਪੋਲਿਟਿਕਸ ਤਾਂ ਨਹੀਂ ਹੈਗੀ, ਕਿਤੇ ਨੇੜੇ ਆਉਣ ਦੀ ਕੋਸ਼ਿਸ਼ ਤਾਂ ਨਹੀਂ ਹੈਗੀ ਕਿ ਘੱਟ ਗਿਣਤੀਆਂ ਦੇ ਨੇੜੇ ਆਇਆ ਜਾਵੇ ਤੇ ਆਪਦੀ ਪੋਲਿਟਿਕਸ ਨੂੰ ਅੱਗੇ ਵਧਾਇਆ ਜਾਵੇ। ਇਹੋ ਜਿਹੇ ਸਵਾਲ ਵੀ ਹੈਗੇ ਆ, ਬਹੁਤ ਸਾਰੇ ਸਵਾਲ ਅਸੀਂ ਪੁੱਛ ਲਿਆ। ਇਹ ਡਿਬੇਟ ਦੇ ਵਿੱਚ ਸਾਨੂੰ ਇਹ ਪਤਾ ਲੱਗਿਆ ਕਿ ਮੈਸੇਜ ਹੈ ਜਿਹੜਾ ਇੱਥੋਂ ਉੱਧਰ ਜਾ ਰਿਹਾ, ਇਹ ਕਿਹਾ ਜਾ ਰਿਹਾ, ਪਰ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਕਹਿੰਦੇ ਆ ਇਹ ਜਾਣਬੁੱਝ ਕੇ ਭਾਰਤੀ ਜਨਤਾ ਪਾਰਟੀ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੈ। ਬਹੁਤ ਧੰਨਵਾਦ।